ਤੂੰ ਚੌ ਸੱਜਣ ਮੈਂਡਿਆ ਦੇਈ ਸੇ ਉਤਾਰ ਨੈਣ ਮਹਿੰਗੇ ਤਰਸ ਦੇ ਕਦ ਪੱਸੀ ਦੀਦਾਰ ਸੱਜਣ ਮੁਖ ਅਨੂਪ ਅਠੇ ਪਹਿਰ ਨਿਹਾਲ ਸਾਨ ਸੁਤੜੀ ਸੋ ਸਹੋ ਡਿਠ ਤੈ ਸੁਪਨੈ ਹਉ ਖੰਨੀਐ ਦਰਸ਼ਨ ਪਿਆਸੀ ਦਿਨ ਸਰਾਤ ਚੇਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕੈ ਸੇਵਕ ਜਨ ਮਾਨੈ ਪਰਤਖ ਗੁਰੂ ਨੇ ਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨੇ ਸਤਾਰੇ। ਪਰਮ ਸਤਿਕਾਰਯੋਗ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰਨ ਵਾਲੇ ਸਰਬੱਤ ਮਾਈ ਭਾਈ ਗੁਰੂ ਦੇ ਸਾਜੇ ਨਵਾਜੇ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ। ਸਾਂਝ ਪਾਓ, ਕੋਈ ਰਸਨਾ ਖਾਲੀ ਨਾ ਰਵੇ। ਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਮਦਮੀ ਟਕਸਾਲ ਦੇ ਸਿਖਿਆਰਥੀ ਬਹੁਤ ਥਾਵਾਂ 'ਤੇ ਕੀਰਤਨ ਦੀ ਸੇਵਾ ਕਰਨ ਵਾਲੇ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ ਦੇਸ਼ਾਂ ਵਿਦੇਸ਼ਾਂ 'ਚ ਕੀਰਤਨ ਦੀ ਸੇਵਾ ਕਰਨ ਵਾਲੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਕੀਰਤਨ ਸੁਣ ਕੇ ਆਨੰਦਿਤ ਹੋ ਰਹੇ ਸਨ। ਐਸਾ ਕੀਰਤਨ ਕਰ ਮਨ ਮੇਰੇ ਇਹਾਂ ਊਹਾਂ ਜੋ ਕਾਮ ਤੇਰੇ। ਐਸਾ ਸਤਿਗੁਰੂ ਦਾ ਇਹ ਗੁਰਬਾਣੀ ਦਾ ਕੀਰਤਨ ਹੈ ਜਿਸ ਦੇ ਮੁਕਾਬਲੇ 'ਤੇ ਕੀ ਰਤਨ ਕੀ ਹੀਰੇ ਜਵਾਹਰ ਆਦਿਕ ਵੀ ਪਹੁੰਚ ਸਕਦੇ ਨੇ। ਸੋ ਜਿਨ੍ਹਾਂ 'ਤੇ ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ, ਪਿਛਲੇ ਜਨਮ ਦੇ ਕਿਰੇ ਸੁੱਚੇ ਮੋਤੀ ਪੁੰਨ ਕੀਤੇ ਹੁੰਦੇ ਨੇ, ਉਹਨਾਂ ਗੁਰਸਿੱਖਾਂ ਨੂੰ ਫਿਰ ਕੀਰਤਨ ਦੀ ਦਾਤ ਸਤਿਗੁਰੂ ਝੋਲੀ 'ਚ ਪਾਉਂਦੇ ਨੇ। ਬਹੁਤੇ ਹੀ ਪੁੰਨ ਕੀਤੇ ਹੋਣ ਤੇ ਫਿਰ ਐਸਾ ਪਵਿੱਤਰ ਸਥਾਨ ਜਿਹੜਾ ਇੱਕੋ ਇੱਕ ਹੀ ਦੁਨੀਆ ਦੇ ਧਰਤੀ 'ਤੇ ਅਸਥਾਨ ਹੈ, ਡਿਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬੱਦੋ ਪੁਰਖ ਵਿਧਾਤੇ ਤਾਂ ਤੂੰ ਸੋਹੇ ਆ। ਜੇ ਦੋ ਚਾਰ ਹੋਰ ਵੀ ਹੁੰਦੇ ਨਾ, ਸਤਿਗੁਰੂ ਕਦੇ ਸ਼ਬਦ ਨਾ ਵਰਤਦੇ। ਇੱਕੋ ਇੱਕ ਹੀ ਥਾਂ ਸੰਸਾਰ 'ਤੇ ਐਸੀ ਬੈਕੁੰਠ ਧਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਐਸਾ ਅੰਮ੍ਰਿਤ ਸਰੋਵਰ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ। ਅੰਮ੍ਰਿਤਸਰ ਸਤਿਗੁਰ ਸਤ ਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ। ਐਸਾ ਪਵਿੱਤਰ ਸਥਾਨ ਹੈ। ਮੈਨੂੰ ਵੀ ਸਤਿਗੁਰੂ ਨੇ 11 ਸਾਲ ਉਸ ਸਥਾਨ ਦੀ ਸੇਵਾ ਦਾ
ਸੁਭਾਗ ਸਮਾਂ ਕਿਰਪਾ ਕਰਕੇ ਬਖਸ਼ਿਆ। ਸੋ ਐਸੀ ਗੁਰੂ ਰਾਮਦਾਸ ਮਹਾਰਾਜ ਦੀ ਇਹ ਰਹਿਮਤ, ਉਸ ਦਰ ਦੇ ਮਹਾਨ ਕੀਰਤਨੀਏ ਗੁਰਮੁਖ ਪਿਆਰੇ ਕੀਰਤਨ ਸੁਣਾ ਰਹੇ ਸਨ। ਸਤਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ, ਗੁਰੂ ਕੀ ਰਹਿਮਤ ਹੋਵੇ। ਅੰਦਰ ਲੰਗਰ ਛਕਦਿਆਂ ਬੈਠਿਆਂ ਖਿਆਲ ਆਇਆ, ਧੰਨ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ, ਜਿਨ੍ਹਾਂ ਦਾ ਇਹਨਾਂ ਦਿਨਾਂ 'ਚ ਗੁਰਪੁਰਬ ਪਰਸੋਂ ਸ਼ਾਇਦ ਮੈਂ ਡਾਇਰੀ ਨਹੀਂ ਵੇਖ ਸਕਿਆ, ਇਹਨਾਂ ਦਿਨਾਂ 'ਚ ਹੀ ਹਜ਼ੂਰ ਦਾ ਅਵਤਾਰ ਦਿਹਾੜਾ ਹੈ। ਮੈਂ ਆਪਣੇ ਕੁਝ ਸਮੇਂ ਦੇ ਅੰਦਰ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਜੀਵਨ ਦੇ ਸੰਬੰਧ ਵਿੱਚ ਆਪ ਜੀ ਦੀ ਸੇਵਾ 'ਚ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ। ਰਲ ਮਿਲ ਕੇ ਦਾਤੇ ਦੇ ਗੁਣ ਗਾਵਾਂਗੇ, ਸਤਿਗੁਰੂ ਦਾ ਅਵਤਾਰ ਪੁਰਬ ਵੀ ਮਨਾਵਾਂਗੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦੇ ਗ੍ਰਹਿ ਵਿਖੇ ਪਹਿਲੋਂ ਤਾਂ 1591 ਬਿਕਰਮੀ ਵਿੱਚ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਅਵਤਾਰ ਹੋਇਆ, ਔਰ ਉਹਨਾਂ ਦੇ ਗ੍ਰਹਿ ਵਿਖੇ 1620 ਨੂੰ ਗੁਰੂ ਅਰਜਨ ਸਾਹਿਬ ਜੀ ਦਾ ਅਵਤਾਰ ਹੋਇਆ। ਮਹਾਬਲੀ ਯੋਧੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ 1652 ਹਾੜਵਦੀ ਏਕਮ ਵਾਲੇ ਦਿਨ ਗੁਰੂ ਕੀ ਵਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਰਲੇ ਬੰਨੇ, ਸੋ ਖਾਲਸਾ ਜੀ ਹੁਣ ਤਾਂ ਉੱਥੋਂ ਤੱਕ ਸਾਰਾ ਸ਼ਹਿਰ ਹੀ ਬਣ ਗਿਆ, ਛੇਹਰਟਾ ਇਕੱਠੇ ਹੀ ਨੇ, ਉਸ ਧਰਤੀ ਤੇ ਅਵਤਾਰ ਹੋਇਆ। ਗਰੀਬ ਨਵਾਜ ਮਹਾਬਲੀ ਯੋਧੇ ਵੱਡੇ ਹੋਏ। ਸਤਿਗੁਰਾਂ ਦੇ 3 ਮਹਿਲ ਸਨ, 3 ਸ਼ਾਦੀਆਂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ। ਵੱਡੇ ਸੀ ਖਾਲਸਾ ਜੀ ਮਾਤਾ ਜੀ, ਸੋ ਮਾਤਾ ਦਮੋਦਰੀ ਜੀ, ਸੋ ਭਾਈ ਪਾਰੋ ਜੀ ਬ੍ਰਹਮ ਗਿਆਨੀ ਮਹਾਂਪੁਰਖ ਨਗਰ ਡੱਲਾ, ਸ੍ਰੀ ਗੋਇੰਦਵਾਲ ਸਾਹਿਬ ਦਰਿਆ ਤੋਂ ਅੱਗੇ ਸੁਲਤਾਨਪੁਰ ਲੰਘ ਜਾਈਏ, ਡੱਲਾ ਨਗਰ ਹੈ, ਬੜਾ ਗੁਰਸਿੱਖੀ ਦਾ ਕਦੇ ਗੜ੍ਹ ਹੋਇਆ ਕਰਦਾ ਸੀ। ਇਹ ਤੀਰਥ ਸਥਾਨ ਸਤਿਗੁਰੂ ਦੇ ਸਥਾਪਿਤ ਕੀਤੇ ਹੋਏ। ਬ੍ਰਹਮ ਗਿਆਨੀ ਭਾਈ ਪਾਰੋ ਜੀ, ਤਿੰਨਾਂ ਦੇ ਪੁੱਤਰ ਸੀ ਭਾਈ ਨਰੈਣ ਦਾਸ ਜੀ। ਭਾਈ ਨਰੈਣ ਦਾਸ ਦੀ ਸੁਪੁੱਤਰੀ ਹੈ ਮਾਤਾ ਸਾਡੇ ਮਾਤਾ ਦਮੋਦਰੀ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਮਹਿਲ ਹੈ, ਔਰ ਇੱਧਰੋਂ ਸਤਿਗੁਰੂ ਦੇ ਸਾਂਢੂ ਸਾਹਿਬ ਸਨ ਭਾਈ ਸਾਈਂ ਦਾਸ ਜੀ, ਮਾਤਾ ਦਮੋਦਰੀ ਜੀ ਦੇ ਭੈਣ ਜੀ ਸੀ ਬੀਬੀ ਰਾਮੋ ਜੀ, ਭਾਈ ਕੀ ਡਰੋਲੇ। ਭਾਈ ਸਾਈਂ ਦਾਸ ਨੇ ਖਾਲਸਾ ਜੀ ਸੁੰਦਰ ਗ੍ਰਹਿ ਸਥਾਨ ਬਣਾਇਆ। ਮਨ 'ਚ ਸ਼ਰਧਾ ਸੀ, ਮਨ 'ਚ ਭਾਵਨਾ ਸੀ, ਬਣੇ ਹੋਏ ਨਵੇਂ ਗ੍ਰਹਿ ਵਿਖੇ ਤਦੋਂ ਵਸੋਂ ਕਰਨੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਕਰਨਗੇ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਪਰਿਵਾਰ ਸਮੇਤ ਗੁਰਸਿੱਖਾਂ ਸਮੇਤ ਭਾਈ ਕੀ ਡਰੋਲੀ ਵਿਖੇ ਦਰਸ਼ਨ ਦਿਓ। ਸਤਿਗੁਰੂ ਕਹਿਣਗੇ ਜ਼ਰੂਰ ਆਵਾਂਗੇ। ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਸਤਿਗੁਰਾਂ ਨੇ ਹੁਕਮ ਕੀਤਾ ਤਿਆਰੀ ਦਾ ਵੀ ਚਲੋ ਭਾਈ ਰਾਮੋ ਜੀ ਦੇ ਭਾਈ ਸਾਈਂ ਦਾਸ ਜੀ ਦੇ ਕੋਲ ਪਹੁੰਚਣਾ ਹੈ। ਲੇਕਿਨ ਯੂਪੀ ਤੋਂ ਸੁਨੇਹਾ ਦਾਤੇ ਨੂੰ ਮਿਲਿਆ ਵੀ ਜਿਹੜਾ ਨਾਨਕ ਮਤੇ ਵਾਲਾ ਪਵਿੱਤਰ ਅਸਥਾਨ ਹੈ ਜੋਗੀਆਂ ਤੋਂ ਖਾਲੀ ਕਰਵਾਇਆ ਸੀ, ਉਹ ਜੋਗੀ ਫਿਰ ਆ ਗਏ ਨੇ। ਭੰਗਰਨਾਥ ਝੰਗਰਨਾਥ ਦੇ ਚੇਲੇ, ਉਹਨਾਂ ਨੇ ਪਿੱਪਲ ਜਿਹੜਾ ਸੀ ਨਾ ਉੱਡਣ ਲੱਗਾ, ਹਜ਼ੂਰ ਨੇ ਕਿਹਾ ਸੀ ਡਟਿਆ ਰਹੋ। ਜਿਸ ਪਿੱਪਲ ਦੇ ਅੱਜ ਵੀ ਉਸੇ ਤਰ੍ਹਾਂ ਖਲੋਤਾ ਹੈ, ਉਸ ਪਿੱਪਲ ਦੇ ਇੱਕ ਹਿੱਸੇ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਔਰ ਜਦੋਂ ਉੱਥੋਂ ਸੁਨੇਹਾ ਮਿਲਿਆ ਸਤਿਗੁਰਾਂ ਨੂੰ, ਹਜ਼ੂਰ ਕਹਿਣਗੇ ਪਰਿਵਾਰ ਨੂੰ ਆਗਿਆ ਕੀਤੀ ਤੁਸੀਂ ਪਹੁੰਚੋ ਭਾਈ ਕੀ ਡਰੋਲੀ, ਅਸੀਂ ਯੂਪੀ ਤੋਂ ਹੋ ਕੇ ਆਵਾਂਗੇ, ਵਾਪਸ ਮੁੜ ਕੇ ਆਉਂਦੇ ਹਨ। ਮਹਾਬਲੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਦਾ ਆਉਣਾ ਜਦੋਂ ਯੂਪੀ ਦੇ ਜੋਗੀ ਪੁਰਸ਼ਾਂ ਨੇ ਸੁਣਿਆ,
रातों रात ही भज निकले। हजूर उत्थे पहुँचे, चंदन ते केसर रगड़ के हजूर ने सड़े हुए पिपल ते छट्टे मारे। वो पिपल हरिया भरिया कीता है। बहुत वड्डा लंबे समय का पिपल है। 550 साल तो आप सतगुरु का हुण पुरब भी मनाया है। कदों का पुराना वो पिपल होवेगा, बहुत उदों भी वड्डा सी। सिद्ध उड़ाउण लगे सी, हजूर कहणगे डटिया रहो। वो जड़ां दे उपर खलोता, जड़ां दे उपर ही खलो गया सी। गुरु का हुक्म सी, उत्थे ही खलो गया है। साडियां हुण दिन ब दिन जिहड़ियां शरधां ने वो बहुतियां मजबूत नहीं रहियां, पुरातन गुरसिखां वालियां नहीं रहियां। दिन ब दिन साडी जिंदगी च निघार आ रहा है। तो जदों बंदा ताल तो खुंझ जावे ना, फिर तुहानूं पता ही है, तालों कुत्थी डूमणी बोले आल पताल है। जो किसी के मूँह च आउंदा फिर अवा तवा जो आया, किताबां 4 पढ़ियां, ज्ञानी बन गए तो तुसीं सारे साधी लैने, काम बन जाता है। फिर जो मूँह च आउंदा वो चलाया जाता है। जड़ सी सिੱਖੀ ਦੀ शरधा भावना, पर ਉਹਦੇ ਚਫੇਰੇ ना जिड्डी तुहाडी स्टेज है, एडा ਉਹਦੇ चफेरे थड़ा ਬੰਨ ਦਿੱਤਾ भी पिपल डिग पैना है। सतगुरु ने तो कहा सी डटिया रहो, खलोता रहो, जड़ां ते खलोता सी। साडा भाईचारा बहुता सियाणा निकलिया, उन्हें चफेरे फेटां ला के ते फिर थड़ा सारा तैयार कर दिता है। जिवें विआह की निशानी गुरुद्वारा कंध साहब ने गुरु नानक साहब की पंडित धक्का दे रहे सी, दूसरे बने बीबी ने आख्या श्री नानक जी ये कुटल नीति वाले लोग ने कंध तुहाडे उपर सिटना चाहते हैं तो साइड ते होके बैठ जाओ। सतगुरु कहणगे माता ये साडे विआह की निशानी जुगां तक रहेगी, जुगां तक है, ये नहीं कंध डिगदे। उच्ची सी वो कट के छोटी कर दी भी ये डिग ना पवे किते। फिर इत्थे ही नहीं पंथ रुकिया, फिर उन्होंने शीशे च बंद किया है। सो ये रहो विचार मैं बेनती करा। हजूर ने चंदन के छिट्टे मारे, पिपल हरिया भरिया हो गया। अज भी वेखो तो 2 तरह के पत्ते ने, पत्तियां का रंग वखरा वखरा। जिधर सड़िया सी ना उधर के पत्तियां ते अज भी लाल जे रंग के टिमकने जे तुहानूं दिसणगे। हर साल उत्ते जाईदा, दर्शन करके आईदे ने। सतगुरु वापस मुड़ के आए, भाई की डरोली साईं दास के गृह विखे हजूर ने चरण पाए। सतगुरु सच्चे पातशाह महाराज के गृह विखे माता दमोदरी जी की कुखों वड्डे साहिबजादे बाबा गुरदित्ता जी का जन्म होया। बाबा गुरदित्ता जी का भाई की डरोली विखे जन्म होया। और इस तरह माता नानकी जी की कुखों गुरु तेग बहादुर साहब, बाबा अटल राय जी, तिन्हां दा जन्म होया। माता मरवाही जी की कुखों बाबा सूरजमल जी ते अणी राय जी, इन्हां दा जन्म होया। बाबा गुरदित्ता जी तो छोटे भैन जी बीबी वीरो जी सन। धन गुरु गरीब नवाज सच्चे पातशाह महाराज दे सो घर विच वड्डा साहिबजादे दा जन्म होना। बाबा जी वड्डे होए बटाले शहर का नरैण दास चौधरी की सपुत्री निहाल कौर दे नाल बाबा गुरदित्ता जी की शादी होई। बाबा जी का विआह होया। घर विच वड्डा साहिबजादे का जन्म होया। बड़ी भारी खुशी होई। हजूर श्री अकाल तख्त साहब के अस्थान ते बैठे हुए सन मीरी पीर दे मालक गुरु हरगोबिंद साहिब। आके खबर दिती दासी ने, महाराज वधाई होवे, सुख नाल हुण तुसीं दादे बन गए हो, तुहाडे घर पोतरे ने जन्म लिया है। सुभाविक ही सतगुरु ने कहा कि साडा पोतरा साडा ताया पिरथी चंद ही दोबारा आ गया है। धीर मल का नाम रखिया। धीर मल सारी जिंदगी ना पिरथी चंद वर्गा ही सुभाਅ रहा, कोई बहुता फर्क नहीं सी, क्योंकि सतगुरां क्या सी साडा ताया ही दोबारा आ गया है।
ਛੋਟੇ ਸਾਹਿਬਜ਼ਾਦੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ 1687 ਬਿਕਰਮੀ ਨੂੰ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹਜੂਰ ਦਾ ਅਵਤਾਰ ਹੋਇਆ ਹੈ। ਜਿਨ੍ਹਾਂ ਸਤਿਗੁਰਾਂ ਦਾ ਆਪਾਂ ਅਵਤਾਰ ਪੁਰਬ ਮੈਂ ਬੇਨਤੀ ਕਰ ਰਿਹਾ ਹਾਂ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ 1687 ਬਿਕਰਮੀ ਨੂੰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਬਚਪਨ ਤੋਂ ਹੀ ਐਸਾ ਸੁਭਾਅ। ਇੱਕ ਵਾਰ ਕੀਰਤਪੁਰ ਸਾਹਿਬ ਹਜੂਰ ਸੱਚੇ ਪਾਤਸ਼ਾਹ ਫੁੱਲਾਂ ਦਾ ਬਗੀਚਾ ਔਰ 'ਚ ਸੈਰ ਕਰ ਰਹੇ ਸੀ। ਚੋਗਾ ਪਹਿਨਿਆ ਹੋਇਆ ਲੰਮਾ, ਹਵਾ ਦਾ ਤੇਜ਼ ਬੁੱਲਾ ਆਇਆ ਤੇ ਉਹ ਫੁੱਲ ਖਿੜਿਆ ਹੋਇਆ ਚੋਗੇ ਦੀ ਕੰਨੀ ਅੜ ਕੇ ਟੁੱਟ ਗਿਆ। ਬਹੁਤ ਮਨ 'ਚ ਮਹਿਸੂਸ ਕੀਤਾ ਵੀ ਇਹ ਫੁੱਲ ਜਿਹੜਾ ਨਜਾਇਜ਼ ਟੁੱਟ ਗਿਆ। ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੇਖਿਆ, ਪੁੱਛਿਆ ਕੀ ਸੋਚਦੇ ਹੋ, ਕੀ ਕਾਰਨ? ਕਹਿੰਦੇ ਮਹਾਰਾਜ ਇਹ ਫੁੱਲ ਟੁੱਟ ਗਿਆ ਅਜਾਈ ਚੋਲੇ ਦੀ ਕੰਨੀ ਦੇ ਨਾਲ। ਦਾਦੇ ਸਤਿਗੁਰੂ ਨੇ ਕਿਹਾ ਸੀ ਦਾਮਨ ਸੰਕੋਚ ਚੱਲੋ। ਜਿੱਡੀ ਵੱਡੀ ਜ਼ਿੰਮੇਵਾਰੀ ਚੁੱਕੀਏ ਨਾ ਓਡੇ ਵੱਡਾ ਫਿਰ ਜੀਵਨ ਨੂੰ ਸੰਕੋਚ ਕੇ ਵੀ ਚੱਲਣਾ ਚਾਹੀਦਾ, ਕੱਪੜੇ ਵੀ ਸੰਕੋਚ ਕੇ ਤੁਰਨਾ ਚਾਹੀਦਾ ਹੈ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਆਉਣ ਵਾਲੇ ਸਮੇਂ 'ਚ ਵੀ ਇਸ਼ਾਰਾ ਸੀ। ਸਤਿਗੁਰੂ ਗਰੀਬ ਨਿਵਾਜ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ। ਉਸ ਤੋਂ ਪਹਿਲਾਂ ਦੋ ਘਟਨਾਵਾਂ ਮੈਂ ਹੋਰ ਵੀ ਆਪ ਜੀ ਦੀ ਸੇਵਾ 'ਚ ਰੱਖਾਂ। ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਸਾਨੇ ਬਾਬਾ ਅਟਲ ਰਾਏ ਜੀ ਹਾਨੀਆਂ ਨਾਲ ਖੇਡਦੇ ਸਨ। ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਾਥੀ ਉਹਦੇ ਨਾਲ ਲੁਕਣ ਮੀਚੀ ਖਿੱਦੋ ਖੁੰਡੀ ਆਦਿਕ ਦੀਆਂ ਖੇਡਾਂ ਪੁਰਾਣੀਆਂ ਹੁੰਦੀਆਂ ਸੀ। ਖਿੱਦੋ ਖੁੰਡੀ ਮੇਰਾ ਹੋ ਗਿਆ। ਕਹਿਣ ਲੱਗੇ ਭਾਈ ਤੇਰੇ ਸਿਰ ਮੀਟੀ ਹੈ, ਕੱਲ੍ਹ ਨੂੰ ਲਵਾਂਗੇ। ਅਗਲਾ ਦਿਨ ਚੜ੍ਹਨਾ ਸੀ। ਉਸ ਨੌਜਵਾਨ ਬੱਚੇ ਨੂੰ ਸੱਪ ਲੜ ਗਿਆ ਤੇ ਉਹਦੀ ਮੌਤ ਹੋ ਗਈ। ਜਦੋਂ ਦਿਨ ਚੜ੍ਹਿਆ ਬਾਕੀ ਸਾਥੀ ਆਏ ਖੇਡਣ ਵਾਲੇ, ਆਖਿਆ ਫਲਾਣਾ ਨਹੀਂ ਆਇਆ, ਉਹਦੇ ਸਿਰ ਮੀਟੀ ਹੈ ਤੇ ਉਹ ਆਇਆ ਕਿਉਂ ਨਹੀਂ? ਨਾਲ ਦਿਆਂ ਨੇ ਦੱਸਿਆ ਜੀ ਰਾਤ ਸੱਪ ਲੜ ਗਿਆ ਤੇ ਉਹਦੀ ਮੌਤ ਹੋ ਗਈ ਹੈ। ਕਹਿਣਗੇ ਚੱਲੋ ਚੱਲ ਕੇ ਵੇਖੀਏ, ਮਚਲਾ ਹੋਇਆ ਪਿਆ ਹੋਇਆ ਹੈ। ਉਹ ਜਿਹੜੀ ਖੇਡਣ ਵਾਲੀ ਖੂੰਡੀ ਸੀ ਨਾ, ਬਾਬਾ ਜੀ ਦੇ ਹੱਥ ਵਿੱਚ ਫੜੀ ਹੋਈ ਤੇ ਲੈ ਕੇ ਚੱਲ ਪਏ। ਉਹ ਮਰਿਆ ਹੋਇਆ ਬੱਚਾ ਉਹਦੇ ਗਲ ਨੂੰ ਪਾ ਕੇ ਕਹਿਣਗੇ ਉੱਠ ਸਾਡੀ ਮੀਟੀ ਦੇ, ਕਿਵੇਂ ਮਚਲਾ ਹੋਇਆ ਸੁੱਤਾ ਹੋਇਆ ਹੈ। ਉੱਠ ਕੇ ਬੈਠ ਕੇ ਮਰਿਆ ਹੋਇਆ ਬੱਚਾ ਨੇ ਮੀਟੀ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ ਗੱਲ ਦਾ ਪਤਾ ਚੱਲਿਆ। ਸਤਿਗੁਰੂ ਕਹਿਣਗੇ ਤੁਸੀਂ ਇਹ ਯੋਗ ਨਹੀਂ ਕੀਤਾ, ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਉਸ ਵੇਲੇ ਸਤਿਗੁਰੂ ਗਰੀਬ ਨਿਵਾਜ ਦੇ ਹੁਕਮ ਨੂੰ ਪਾ ਕੇ 9 ਸਾਲ ਦੀ ਉਮਰ ਸੀ ਬਾਬਾ ਅਟਲ ਰਾਏ ਜੀ ਗੁਰਪੁਰੀ ਪਿਆਨਾ ਕਰ ਗਏ। ਅੰਤਮ ਕਿਰਿਆਵਾਂ ਬਾਬੇ ਅਟਲ ਰਾਏ ਦੀਆਂ ਸਤਿਗੁਰੂ ਨੇ ਹੱਥੀਂ ਕਰਵਾਈਆਂ। ਅੱਜ ਵੀ ਸੰਗੇ ਮਰਮਰ ਦਾ ਥੜਾ ਬਾਬੇ ਅਟਲ ਰਾਏ ਦੇ ਗੁਰਦੁਆਰੇ ਦੇ ਕੋਲ ਬਣਿਆ, ਜਿੱਥੇ ਬਾਬਾ ਜੀ ਦੇ ਅੰਤਮ ਕਿਰਿਆ ਹੋਏ। 9 ਸਾਲ ਦੀ ਉਮਰ ਸੀ। 9 ਮੰਜ਼ਿਲਾ ਗੁਰਦੁਆਰਾ ਬਾਬਾ ਅਟਲ ਅਸਥਾਨ ਹਜੂਰ ਨੇ ਸਥਾਪਿਤ ਕੀਤਾ। ਜਿਹੜੀ ਕੀਰਤਪੁਰ ਦੀ ਜਗ੍ਹਾ ਹੈ, ਬਾਬੇ ਗੁਰਦਿੱਤੇ ਨੂੰ ਭੇਜਿਆ ਸੀ ਵੇਖਣ ਵਾਸਤੇ ਜਾਣ। ਬਾਬਾ ਜੀ ਨੇ ਜਾ ਕੇ, ਬਾਬਾ ਗੁਰਦਿੱਤਾ ਜੀ ਵੱਡੇ ਸਾਹਿਬਜ਼ਾਦੇ ਨੇ ਜਾ ਕੇ ਵੇਖੀ ਜਗ੍ਹਾ। ਇੱਕ ਬੰਨੇ ਪਹਾੜ ਹੈ, ਦੂਜੇ ਬੰਨੇ ਕੋਲ ਸਤਲੁਜ ਦਰਿਆ ਵਗ ਰਿਹਾ ਹੈ। ਬੜੀ ਰਮਣੀਕ ਜੀ ਜਗ੍ਹਾ ਵੇਖੀ। ਸਤਿਗੁਰਾਂ ਨੂੰ ਬੇਨਤੀ ਕੀਤੀ। ਬਾਬਾ ਜੀ ਨੇ ਉਹ ਸੌਦਾ ਪਹਾੜੀ ਰਾਜਿਆਂ ਨਾਲ ਕਰਕੇ ਥਾਂ ਮੁੱਲ ਖਰੀਦ ਲਏ। ਬਾਅਦ ਵਿੱਚ ਸਾਰਾ ਪਰਿਵਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਉੱਥੇ ਪਹੁੰਚੇ। ਪਰ ਉੱਥੇ ਮਰੀ ਹੋਈ ਗਊ ਬਾਬਾ ਗੁਰਦਿੱਤਾ ਜੀ ਨੇ ਜਿੰਦਾ ਕਰ ਦਿੱਤੇ। ਉਸ ਵੇਲੇ ਵੀ ਸਤਿਗੁਰਾਂ ਨੇ ਕਿਹਾ ਸੀ ਇਹ ਠੀਕ ਤੁਸੀਂ ਯੋਗ ਨਹੀਂ ਕੀਤਾ, ਇਹ ਪਰਮੇਸ਼ਰ ਦੀ ਬਣਾਈ ਹੋਈ ਮਰਿਆਦਾ ਵਿੱਚ ਦਖਲ ਅੰਦਾਜ਼ੀ ਨਹੀਂ ਚਾਹੀਦੇ। ਬਾਬਾ ਜੀ ਪਹਾੜੀ ਦੇ ਉੱਪਰ ਉਹਨਾਂ ਦਾ ਦੇਹਾਂਤ ਹੋਇਆ ਬਾਬਾ ਗੁਰਦਿੱਤਾ ਜੀ ਦਾ। ਉਹਨਾਂ ਦੀ ਯਾਦ ਵਿੱਚ ਉੱਥੇ ਖਾਲਸਾ ਜੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਣਿਆ ਹੋਇਆ ਹੈ। ਸੋ ਤਿੰਨਾਂ ਦੇ ਸਾਹਿਬਜ਼ਾਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਹੈ।
इधरों खालसा जी सतगुरु का जो अंतिम समा हजूर कह साडा आया है, तो उस समय भाई सूरजमल भाई अणी राय नूं हजूर ने सिक्ख्यावां दित्तियां। बड़ा भोला भाला सुभाਅ सी गुरु तेग बहादुर साहब का, कोई हसन की, कोई खेडण की, कोई खाण पीण की, कोई होर कदे कोई रुचि नहीं सी रखदे। सतगुरु हरराय साहब पोतरे नूं सतगुरां ने गुरत्यागर्दी का तख्त संभालिया है। माता नानकी जी ने बेनती की है, भोले भाला सुभाਅ का मेरा पुत्र है, ये भी किरपा करके कोई सेवा च किते लाउणा सी, किते इहनूं भी जिम्मेवारी देनी चाहिदी सी। सतगुरु लंगर छक के हस्त कमल रमाल नाल पूंजे। सतगुरु कहणगे लै नानकी आ रमाल संभाल के रखी, समा आवेगा तेरा पुत्र बहुत वड्डी करनी कमाई का मालिक होकर सेवा करेगा। वो छोटा जिहा रमाल जिहड़ा सी ना, वो करे हिंद की चादर हो निबड़िया। सो माता नानकी जी साहिबजादे समेत गुरु हरगोबिंद साहब के ज्योति जोत समाउण तो बाद अपने पेके घर बाबे बकाले साहिबजादे नूं लैके आ गए। इत्थे खालसा जी रह के सतगुरु जी भोरे च बैठ के आपे जपो अपना जाप, परमेश्वर की याद विच खालसा जी वरियां बधी वो सतगुरु निरंकार की बंदगी करते रहे। साडे माता गुजर कौर जी भी इस तरह परमेश्वर की पाओ भगते। गुरु गोबिंद सिंह साहब ने अपनी कलम नाल बचन लिखे ने, तात मात मोर अलख अराधा, बहुविध जोग साधना साधा। मेरे माता पिता जी बड़े जोगा अभ्यासी, नाम सिमरन की कमाई, बहुत वड्डे तपस्वी सी माता गुजर कौर जी, गुरु तेग बहादुर साहेब है। सतगुरु हरराय साहब महाराज गुरता के मालिक बने। गरीब नवाज सच्चे पातशाह ने 6 उदासियां दे धुएं से संप्रदान सी 6। 3 गुरु हरराय साहब महाराज ने चलाइया गुरमत प्रचार वास्ते। 3 उदासी प्रचार करने वालिया संप्रदावां ये गुरु हरराय साहब महाराज ने स्थापित कीतियां। गुरु हरगोबिंद साहब महाराज तुरे जा रहे सी ते एक छोटा जिहा बच्चा ना, ਉਹਦੀਆਂ ਹੁੱਡਾਂ ਜੀਆਂ ਬਾਹਰ ਨੂੰ ਨਿਕਲੀਆਂ ਹੋਈਆਂ, ਹੋਰ ਹੀ ਤਰ੍ਹਾਂ ਦਾ ਸੋ ਕਰੂਪ ਜਿਹਾ ਬੱਚਾ ਸੀ। ਸਿੱਖਾਂ ਨੂੰ ਹਜੂਰ ਨੇ ਘੋੜਾ ਢੱਕ ਕੇ ਆਖਿਆ ਵੇਖੋ ਕੀ ਹੈ, ਰੋਂਦੇ ਦੀ ਆਵਾਜ਼ ਆਈ, ਕਹਿਣਗੇ ਛੋਟਾ ਜਿਹਾ ਕਰੂਪ ਜਿਹਾ ਬੱਚਾ ਹੈ, ਹੁੱਡਾਂ ਜੀਆਂ ਵੀ ਨਿਕਲੀਆਂ ਹੋਈਆਂ ਨੇ, ਘਰ ਦੇ ਸਿੱਟ ਗਏ ਨੇ, ਇਹ ਬੜਾ ਕਰੂਪ ਜਿਹਾ। ਹਜੂਰ ਕਹਿਣਗੇ ਨਹੀਂ ਸੁਥਰਾ ਹੋਵੇਗਾ, ਸੁਥਰਾ ਹੈ, ਇਹਦਾ ਇਸ਼ਨਾਨ ਕਰਵਾਓ। ਇਹਦੀ ਪਰਵਿਸ਼ ਕੀਤੀ ਹਜੂਰ ਨੇ, ਉਹਦਾ ਨਾਮ ਭਾਈ ਸੁਥਰਾ ਰੱਖਿਆ। ਗੁਰੂ ਹਰਰਾਏ ਸਾਹਿਬ ਨੇ ਗੁਰਮਤਿ ਪ੍ਰਚਾਰ ਵਾਸਤੇ ਭਾਈ ਸੁਥਰੇ ਨੂੰ ਇੱਕ ਮੰਜੀ ਦਿੱਤੀ ਵੀ ਤੂੰ ਗੁਰਮਤਿ ਦਾ ਪ੍ਰਚਾਰ ਕਰਨਾ ਹੋਵੇਗਾ। 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਵੀ ਭਾਈ ਸੁਥਰਾ ਰਿਹਾ ਤੇ ਬਹੁਤਾ ਮਖੌਲੀ ਸੁਭਾਅ ਦਾ ਹੁੰਦਾ ਸੀ, ਬਹੁਤਾ ਮਖੌਲੀ, ਹਜੂਰ ਦਾ ਚਿੱਤ ਪ੍ਰਸੰਨ ਕਰ ਛੱਡਦਾ ਸੀ। ਸਤਿਗੁਰਾਂ ਨੇ ਕਿਹਾ ਸੀ ਸੁਥਰਾ ਹੋਵੇਗਾ, ਐਸਾ ਨਿਸ਼ਕਪਟ ਜੀਵਨ ਵਾਲਾ ਸੀ। एक बार गुरु गोबिंद सिंह साहब का दीवान सजिया तो एक जोगी आ गया। पिंडे के उपर ना कोई सवेर च सुआह पाई हुई, जड़ावां बनाइया हुई, कोई पिंडे ते सुआह मली हुई। वो संगत जिवें तुसीं बैठे हो, सतगुरु शोभा पा रहे हैं, इधर नूं चेहरा है, वो सुथरा सतगुरु के मगर आण खलोता है। वो जोगी बैठा सी सामने, जिवें संगत बैठे तुसीं, वो सुथरा ना उन्होंने जान के जोगी उहदे वल वेखे, कदे उंगलां इहनूं करे, कदे इहनूं करे, कदे तां नूं करे, कदे ठा नूं करे। उसों जोगी बड़ा गर्म हो गया है। उन्हें आखिया महाराज आ सिख मैनूं मखौल करदा, किवें उंगलां तां ठा करदा है। सतगुरु वेख्या, कहणगे सुथरिया की करदा है? कहंदे महाराज मैं तो वेख्या सी भी सुआह दे थल्ले ना अग हैगी है कि बुझ गई है, शांत हो गई है, पर नहीं, जोगी ने उत्तों ही सुआह है, थल्ले तां अग नाल उस तरह ही भरिया ही होया है। हजूर का चित्त बड़ा प्रसन्न होया है। एक बार होला महला सी आनंदपुर साहब, संगतां बहुतियां आईयां होईयां ते सतगुरां तक पहुँचना, सो मसंद जान ना देना हरेक नूं। एक बोरी च थोड़ी जी रेता पा ली ते सिर ते रख ली, परे हो जाओ, परे हो जाओ, आ गुरु कियां रस्तां बस्तां लैके आए हैं, परे हो जाओ। वो सारे परां हट के अंदर पहुँच गया, अंदर बोरी सिर दित्ती ते रेता की बोरी नूं मत्था टेकण लग पिया। सतगुरु पुछदे सुथरिया ये की करदा? उन्हें आखिया महाराज ये बोरी कर्मां वाली जी ने तुहाडे तक मैनूं पहुँचाया ने ते आउण नहीं सी देंदे।
ਬੇਅੰਤ ਇਹੋ ਜਿਹੇ ਸੁਥਰੇ ਨੇ ਸਤਿਗੁਰਾਂ ਨਾਲ ਬਚਨ ਵਿਲਾਸ, ਸਤਿਗੁਰੂ ਦਾ ਚਿੱਤ ਪ੍ਰਸੰਨ ਕਰਕੇ ਰੱਖਣਾ। ਹਾਸ ਰਸ ਦਾ ਬੜਾ ਮਾਹਰ ਸੀ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਪ੍ਰਚਾਰ ਦੀ ਡਿਊਟੀ ਭਾਈ ਸੁਥਰੇ ਦੀ ਲਾਈ। ਉਸ ਸੁਥਰੇ ਦੇ ਅੱਗੇ ਹੀ ਹਰਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ। ਉਹਦੀ ਜਾਤ ਦੇ ਲੋਕ ਸਨ ਸੁਥਰੇ ਦੇ ਲੋਕ, ਜਿਹੜੇ ਇਹ ਧਾਰਨਾ ਆਮ ਗਾਇਆ ਕਰਦੇ, ਹਰਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ। ਦੂਸਰੀ ਹਜ਼ੂਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ 3 ਬਖਸ਼ਾਂ ਵਿੱਚੋਂ। ਸੋ ਦਰਸ਼ਨ ਕਰਨ ਵਾਸਤੇ ਖਾਲਸਾ ਜੀ 360 ਮੰਡਲੀ ਨਾਲ ਲੈ ਕੇ ਮਹੰਤਾਂ ਦੀ ਸੋ ਆਇਆ ਸੀ ਦੇਵਗਿਰੀ ਮਹਾਤਮਾ। ਸੋ ਜਿਹੜਾ ਗਿਆ ਜੀ ਦਾ ਤੀਰਥ ਹੈ ਨਾ, ਉਹਦਾ ਮਹੰਤ ਸੀ ਸੰਨਿਆਸੀ। ਉਹ ਦਰਸ਼ਨ ਕਰਨ ਵਾਸਤੇ ਪੰਜਾਬ ਵਿੱਚ ਆਇਆ। ਆ ਕੇ ਖਾਲਸਾ ਜੀ ਗੁਰਦਾਸਪੁਰ ਜ਼ਿਲ੍ਹੇ 'ਚ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਹੈ, ਬਾਠ ਨਗਰ, ਤੇ ਬਾਬਾ ਸ੍ਰੀ ਚੰਦ ਤੇ ਦੂਸਰੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਹੈ। ਲਖਮੀ ਦਾਸ ਦੇ ਪੋਤਰੇ ਬਾਬਾ ਮੇਹਰ ਚੰਦ ਜੀ, ਉਹ ਮਹੰਤ ਆ ਕੇ ਗਿਆ ਦਾ ਮਹੰਤ ਆ ਕੇ ਬਾਬਾ ਜੀ ਨੂੰ ਮਿਲਿਆ। ਤੇ ਆ ਕੇ ਜਦੋਂ ਬਚਨ ਬਿਲਾਸ ਸੁਣੇ, ਗੁਰੂ ਘਰ ਦੀਆਂ ਵਿਚਾਰਾਂ ਸੁਣੀਆਂ, 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕੀਤੇ ਤੇ ਮਨ ਗਦ-ਗਦ ਹੋ ਗਿਆ। ਸਤਿਗੁਰੂ ਦੀ ਮਹਾਨ ਸੇਵਾ ਵਿੱਚ ਲੱਕ ਬੰਨ੍ਹ ਕੇ ਮਹੰਤ ਜੀ ਜੁਟ ਗਏ। ਉਹਦੇ ਨਿਮਰਤਾ ਦੇ ਗੁਣ ਤੇ ਸੁਭਾਅ ਨੂੰ ਵੇਖ ਕੇ ਸਤਿਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਇਹ ਹੁਣ ਦੇਵਗਿਰੀ ਮਹਾਤਮਾ ਨਹੀਂ, ਇਹ ਮਹਾਤਮਾ ਹੁਣ ਭਗਤ ਭਗਵਾਨ ਜੀ ਨੇ, ਇਹਨਾਂ ਦਾ ਨਾਮ ਭਗਵਾਨ ਜੀ ਹੋਵੇਗਾ। ਭਗਵਾਨ ਨਾਮ ਉਹਨਾਂ ਦਾ ਰੱਖਿਆ। ਬਖਸ਼ਾ ਉਹਨਾਂ ਤੇ ਸਤਿਗੁਰਾਂ ਨੇ ਕੀਤਾ ਪਟਨੇ, ਬਰੇਲੀ ਤੇ ਇਸ ਤਰ੍ਹਾਂ ਗਿਰੀਦੇਵ, ਇਹਨਾਂ ਥਾਂ ਤੇ ਉਹਨਾਂ ਦੇ ਡੇਰੇ ਹੁਣ ਤੱਕ ਬਣੇ ਹੋਏ ਨੇ। ਫਿਰ ਖਾਲਸਾ ਜੀ ਤੀਸਰੀ ਗੱਦੀ ਸੋ ਮਹੰਤ ਬਾਬਾ ਫੇਰੂ ਸ਼ਾਹ ਜੀ, ਭਾਈ ਸੰਗਤ ਜੀ ਨਾਂ ਸੀ, ਫੇਰੀ ਦਾ ਕੰਮ ਕਰਦੇ ਸੀ, ਫੇਰੀ ਦਾ। ਭਾਈ ਭਗਤੂ, ਭਾਈ ਆਦਮ ਦਾ ਪੁੱਤਰ, ਜਿਹੜਾ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਨਾਲ 60 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਮਿਲਿਆ ਸੀ। ਸਤਿਗੁਰਾਂ ਨੇ ਕਿਹਾ ਸੀ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਦੇਣੇ ਹੈ, ਇਹਦਾ ਨਾਮ ਵੀ ਭਾਈ ਭਗਤੂ ਰੱਖਣਾ ਹੈ। ਉਹ ਬ੍ਰਹਮ ਗਿਆਨੀ ਭਾਈ ਭਗਤੂ ਦੀ ਸੰਗਤ ਹੋਈ ਔਰ ਕੋਈ ਸਮਾਂ ਉਹਨਾਂ ਦੀ ਸੰਗਤ ਕਰਕੇ ਤੇ ਫੇਰ ਬਾਬਾ ਜੀ ਸਤਿਗੁਰੂ ਗਰੀਬ ਨਵਾਜ ਦੇ ਕੋਲ ਆਏ। ਆ ਕੇ ਇੱਥੇ ਖਾਲਸਾ ਜੀ 12 ਸਾਲ ਫਿਰ ਗੁਰੂ ਦਰਬਾਰ 'ਚ ਲੰਗਰ ਦੀ ਸੇਵਾ ਅਣਥੱਕ ਕਰਦੇ ਰਹੇ। ਬੇਅੰਤ ਲੰਗਰ ਸਿੱਖਾਂ ਦੇ ਲਾਏ ਹੋਏ ਸੀ। ਇਹਨਾਂ ਦਾ ਲੰਗਰ ਵੀ ਖਾਲਸਾ ਜੀ ਲੱਗਾ ਹੋਇਆ ਸੀ ਭਾਈ ਸੋ ਫੇਰੂ ਜੀ ਦਾ। ਇੱਕ ਵਾਰ ਲੰਗਰ ਵਿੱਚ ਸੋ ਕੋਈ ਆਇਆ ਸਿੱਖ ਤੇ ਲੰਗਰ ਨਹੀਂ ਉਹਨੂੰ ਮਿਲਿਆ। ਜਿਹੜਾ ਲਾਂਗਰੀ ਸੀ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਚੁਕਾਤਾ, ਉਹ ਸਿੱਖ ਨੂੰ ਆਏ ਨੂੰ ਨਾ ਚੁਕਾਇਆ। ਜਦੋਂ ਦਿਨ ਚੜ੍ਹੇ ਸਿੱਖਾਂ ਨੂੰ ਪਤਾ ਲੱਗਾ ਨਾ, ਸਿੱਖਾਂ ਨੇ ਰੌਲਾ ਜਿਹਾ ਪਾਇਆ, ਕਹਿਣ ਲੱਗੇ ਭਾਈ ਫੇਰੂ ਦਾ ਲੰਗਰ ਕਾਣਾ, ਭਾਈ ਫੇਰੂ ਦਾ ਲੰਗਰ ਕਾਣਾ। ਹੱਥ ਜੋੜ ਕੇ ਆਖਿਆ, ਗੁਰੂ ਕੇ ਸਿੱਖੋ, ਇਹ ਲੰਗਰ ਫੇਰੂ ਦਾ ਨਹੀਂ, ਇਹ ਲੰਗਰ ਤਾਂ ਸਤਿਗੁਰੂ ਦਾ ਹੈ, ਤੇ ਗੁਰੂ ਦਾ ਲੰਗਰ ਕਿਉਂ ਕਾਣਾ ਹੋਵੇ? ਕਾਣਾ ਤਾਂ ਫੇਰੂ ਹੋਣਾ ਚਾਹੀਦਾ ਹੈ। ਮੈਂ ਕਾਣਾ ਹੋ ਜਾਵਾਂ, ਮੇਰੇ ਗੁਰੂ ਦਾ ਲੰਗਰ ਕਾਣਾ, ਇਹ ਨਾ ਬਚਨ ਵਰਤੋ। ਇਹਨੇ ਸੋ ਫਿਰ ਖਾਲਸਾ ਜੀ 12 ਸਾਲਾਂ ਤੋਂ ਬਾਅਦ ਫਿਰ ਇੱਧਰ ਚੂਨੀਆਂ ਇਲਾਕਾ, ਸੋ ਇੱਧਰ ਗੁਰਮਤਿ ਦੇ ਪ੍ਰਚਾਰ ਵਾਸਤੇ ਸਤਿਗੁਰੂ ਨੇ ਉਹਨਾਂ ਦੀ ਡਿਊਟੀ ਲਾਈ। ਮਸੰਦ ਜਿਹੜੇ ਸੀ 10ਵੇਂ ਪਾਤਸ਼ਾਹ ਵੇਲੇ ਤੱਕ ਵਿਗੜ ਚੁੱਕਿਆ ਸੀ ਲਾਣਾ। ਜਿਵੇਂ ਅੱਜ ਕੱਲ੍ਹ ਕਿਸੇ ਨੂੰ ਜਥੇਦਾਰ ਜੀ ਆਖੀਦਾ ਨਾ, ਉਦੋਂ ਮਸੰਦ ਬਣਦੇ ਸੀ, ਮਸੰਦ। ਸੋ 10ਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਦੇਹਰਾਦੂਨ ਹਜ਼ੂਰ ਪਾਉਂਟਾ ਸਾਹਿਬ ਜਦੋਂ ਗਏ ਨੇ 10ਵੇਂ ਪਾਤਸ਼ਾਹ, ਤੁਹਾਨੂੰ ਯਾਦ ਹੋਵੇਗਾ ਮੇਦਨੀ ਪ੍ਰਕਾਸ਼ ਰਾਜੇ ਨਾਹਣ ਦੀ ਬੇਨਤੀ ਨੂੰ ਮੰਨ ਕੇ ਸਤਿਗੁਰਾਂ ਨੇ ਕਿਆਰਦੂਨ ਪਿੰਡ ਦੀ ਜ਼ਮੀਨ ਮੁੱਲ ਲੈ ਕੇ ਐਨ ਯਮੁਨਾ ਨਦੀ ਦੇ ਕਿਨਾਰੇ ਤੇ ਨਗਰ ਵਸਾਇਆ ਸੀ। 1742 ਬਿਕਰਮੀ ਨੂੰ ਉਹਦਾ ਨਾਮ ਪਾਉਂਟਾ ਸਾਹਿਬ ਰੱਖਿਆ ਸੀ। ਪਾਉਂਟਾ ਸਾਹਿਬ ਤੋਂ ਬਹੁਤੀ ਦੂਰ ਨਹੀਂ, 50 ਮੀਲ ਦੀ ਵਿੱਥ ਤੇ ਹੈ ਦੇਹਰਾਦੂਨ। ਦੇਹਰਾਦੂਨ ਦੀ ਸਾਖੀ ਫਿਰ ਮੈਂ ਬੇਨਤੀ ਕਰਾਂਗਾ, ਲੇਕਿਨ ਇਹ ਦੱਸਾਂ ਵੀ ਉਸ ਥਾਂ ਤੇ ਬਾਬਾ ਰਾਮ ਰਾਏ ਰਹਿੰਦਾ ਸੀ, 7ਵੇਂ ਪਾਤਸ਼ਾਹ ਦਾ ਸਾਹਿਬਜ਼ਾਦਾ।
ਗੁਰਬਾਣੀ ਦੀ ਤੁਕ ਬਦਲਣ ਕਰਕੇ ਹਜੂਰ ਨੇ ਛੇਕ ਦਿੱਤਾ ਸੀ। ਉਹਦੇ ਮਸੰਦ ਇੰਨੇ ਆਕੀ ਹੋ ਗਏ, ਉਹ ਸਮਾਧੀ 'ਚ ਬੈਠਾ ਹੋਇਆ, ਮੁਰਦਾ ਕਹਿ ਕੇ ਉਹਨੂੰ ਫੂਕ ਦਿੱਤਾ ਸੀ। ਦਸਮ ਪਾਤਸ਼ਾਹ ਮਹਾਰਾਜ ਫਿਰ ਉੱਥੇ ਗਏ, ਬੀਬੀ ਪੰਜਾਬ ਕੌਰ ਨਾਲ ਹਿਰਖ ਅਫਸੋਸ ਵੀ ਕੀਤਾ। ਫਿਰ ਹਜੂਰ ਨੇ ਉਹਨਾਂ ਮਸੰਦਾਂ ਨੂੰ ਸੱਦ ਕੇ ਸਜ਼ਾਵਾਂ ਵੀ ਦਿੱਤੀਆਂ, ਪਰੰਪਰਾ ਖਤਮ ਕੀਤੇ। ਆਖਿਆ ਸਾਰਿਆਂ ਨੂੰ ਫੜ ਫੜ ਕੇ ਲਿਆਓ। ਭਾਈ ਫੇਰੂ ਜੀ ਨੂੰ ਵੀ ਫੜ ਕੇ ਲੈ ਕੇ ਆਂਦਾ ਹੈ। ਜਦੋਂ ਭਾਈ ਫੇਰੂ ਜੀ ਸਤਿਗੁਰਾਂ ਕੋਲ ਆਏ, ਆਪਣਾ ਸੁੱਚਾ ਦਾੜਾ ਹੱਥ 'ਚ ਫੜਿਆ, ਗਲ 'ਚ ਪੱਲੂ ਪਾਇਆ ਹੋਇਆ, ਬੇਨਤੀ ਕੀਤੀ, ਮਹਾਰਾਜ ਸਾਡਾ ਕੀ ਹੈ, ਤੁਸੀਂ ਸਾਨੂੰ ਇਹ ਸੇਵਾ ਦੀਆਂ ਡਿਊਟੀਆਂ ਬਖਸ਼ਾਂ ਕੀਤੀਆਂ ਦਾਤਾ, ਅਸੀਂ ਗੁਰੂ ਨਾਨਕ ਦੇ ਦਰ ਦੇ ਨਿਮਾਣੇ ਜੇ ਸੇਵਾਦਾਰ ਹੈ। ਉਹਦੇ ਨਿਮਰਤਾ ਦੇ ਬਚਨ ਸੁਣ ਕੇ ਹਜੂਰ ਕਹਿੰਦੇ, ਕੋਈ ਸਿਰੋਂ ਪਾਓ, ਕੋਈ ਸ਼ੈਤਰ ਬਸਤਰ ਗੱਡਾ ਦੇ ਕੇ ਕਿਹਾ ਸੀ, ਭਾਈ ਫੇਰੂ ਸੱਚੀ ਦਾੜੀ। ਉਹ ਭਾਈ ਫੇਰੂ ਜੀ ਤੀਸਰੀ ਬਖਸ਼ਿਸ਼ ਗੁਰੂ ਹਰਰਾਏ ਸਾਹਿਬ ਨੇ ਉਹਦੇ ਉੱਪਰ ਕੀਤੀ ਸੀ। ਮਾਲਵੇ ਦੀ ਧਰਤੀ ਤੇ ਸਤਿਗੁਰੂ ਨੇ 4 ਖਾਲਸਾ ਜੀ ਸਿੱਖ ਹੈ ਤਾਂ ਕਿ ਗੁਰਮਤਿ ਪ੍ਰਚਾਰ ਨੂੰ ਵਧਾਇਆ ਜਾ ਸਕੇ। 4 ਸਿੱਖਾਂ ਦੀ ਡਿਊਟੀ ਲਾਈ ਗੁਰੂ ਹਰਰਾਏ ਸਾਹਿਬ ਨੇ, ਭਾਈ ਬੈਲੋ ਜੀ, ਭਾਈ ਭੁੰਦੜ, ਭਾਈ ਪੰਜਾਬਾ ਤੇ ਭਾਈ ਭਗਤੋ। ਇਹਨਾਂ ਸਿੱਖਾਂ ਦੀ ਡਿਊਟੀ ਲਾਈ। ਮਾਲਵੇ 'ਚ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਹਜੂਰ ਨੇ ਕਿਹਾ ਕਰਨਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਮਾਲਵੇ ਵਿੱਚ ਚਰਨ ਪਾਉਣ ਵਾਸਤੇ ਗਏ ਤਾਂ ਉਹ ਸਮੇਂ ਖਾਲਸਾ ਜੀ ਹਜੂਰ ਠਹਿਰੇ ਹੋਏ। ਭਾਈ ਕਾਲਾ ਉਹਦਾ ਭਰਾ ਚੜ੍ਹਾਈ ਕਰ ਗਿਆ ਸੀ, ਬੱਚੇ ਛੋਟੇ ਛੋਟੇ, ਕਮਾਈ ਦਾ ਕੋਈ ਸਾਧਨ ਨਾ ਰਿਹਾ, ਘਰ ਵਾਲੀ ਵੀ ਉਹਦੇ ਗੁਜ਼ਰ ਗਈ ਸੀ, ਦੋਵੇਂ ਹੀ ਪਤੀ ਪਤਨੀ ਗੁਜ਼ਰ ਗਏ ਸਨ। ਭਾਈ ਕਾਲਾ ਆਪਣੇ ਭਤੀਜੇ ਭਾਈ ਸੰਦਲੀ ਤੇ ਫੂਲ ਹੈ, ਉਹਨਾਂ ਦੋਹਾਂ ਨੂੰ ਸਿਖਾਇਆ ਹੋਇਆ ਵੀ ਸਤਿਗੁਰਾਂ ਦੇ ਕੋਲ ਜਾ ਕੇ ਨਾ ਤੁਸੀਂ ਆਪਣੇ ਢਿੱਡ ਵਜਾਉਣ ਲੱਗ ਪਿਆ ਜੀ, ਢਿੱਡ ਤੇ ਹੱਥ ਮਾਰਨ ਲੱਗ ਪਿਆ। ਜਦੋਂ ਸਿਖਾਏ ਹੋਏ ਬੱਚੇ ਹਜੂਰ ਦੇ ਕੋਲ ਆਏ ਨਾ, ਜਿਹੜਾ ਕੰਧੇ ਤੇ ਚੁੱਕਿਆ ਸੀ ਮੋਢੇ ਤੇ, ਉਹ ਵੀ ਥੱਲੇ ਤਾਰ ਦਿੱਤਾ। ਉਹ ਸਿਖਾਏ ਹੋਏ ਬੱਚੇ ਆਪਣੇ ਢਿੱਡ ਵਜਾਉਣ ਲੱਗ ਪਏ। ਸਤਿਗੁਰੂ ਹਰਰਾਏ ਸਾਹਿਬ ਪੁੱਛਦੇ ਨੇ, ਕਾਲਿਆ ਇਹ ਕੀ ਮੰਗਦੇ ਨੇ, ਕੀ ਕਾਰਨ ਹੈ? ਉਹਨੇ ਆਖਿਆ, ਮਹਾਰਾਜ ਇਹ ਦੋਵੇਂ ਬੱਚੇ ਮੇਰੇ ਭਤੀਜੇ ਨੇ, ਅਨਾਥ ਹੋ ਗਏ ਨੇ, ਮੇਰਾ ਭਰਾ ਵੀ ਚੜ੍ਹਾਈ ਕਰ ਗਿਆ ਤੇ ਉਹਦੀ ਧਰਮ ਪਤਨੀ ਵੀ ਚੜ੍ਹਾਈ ਕਰ ਗਈ ਹੈ। ਇਹ ਅਨਾਥ ਤੇ ਯਤੀਮ ਬੱਚੇ ਮੈਂ ਹੀ ਇਹਨਾਂ ਦੇ ਮਾੜੀ ਮੋਟੀ ਪਰਵਰਿਸ਼ ਕਰ ਰਿਹਾ ਹਾਂ। ਇਹ ਪੇਟੋਂ ਭੁੱਖੇ ਨੇ ਦਾਤਾ, ਤੁਹਾਡੇ ਕੋਲੋਂ ਕੁਝ ਦਾਤ ਮੰਗਦੇ ਨੇ। ਧੰਨ ਗੁਰੂ ਹਰਰਾਏ ਸਾਹਿਬ ਦਾ ਚਿੱਤ ਪ੍ਰਸੰਨ ਹੋਇਆ। ਸਤਿਗੁਰੂ ਕਹਿਣਗੇ, ਵਾਲਾ ਛੋਟਾ ਹੈ ਨਾ ਜਿਹਨੂੰ ਉਂਗਲੀ ਲਾਇਆ ਪਹਿਲੇ ਮੋਢੇ ਤੇ ਚੁੱਕੀ ਫਿਰਦਾ ਸਾਂ, ਇਹ ਜਮਨਾ ਤੱਕ ਇਹਦੇ ਘੋੜੇ ਪਾਣੀ ਪੀਆ ਕਰਨਗੇ ਔਰ ਇਹ ਕੌਮ ਦੇ ਬਾਦਸ਼ਾਹ ਹੋਣਗੇ। ਜਿਹੜਾ ਦੂਜਾ ਹੈ ਨਾ, ਇਹ ਵੀ ਇਲਾਕੇ ਦਾ ਚੌਧਰੀ ਨਾਮਵਰ ਸਰਕਾਰੀ ਦਰਬਾਰੇ ਇਹਦੀ ਵੀ ਪਹੁੰਚ ਹੋਵੇਗੀ। ਇਹ ਗੁਰੂ ਹਰਰਾਏ ਸਾਹਿਬ ਨੇ ਕੰਗਾਲਾਂ ਨੂੰ, ਰੰਕਾਂ ਨੂੰ ਖਾਲਸਾ ਜੀ ਇਹ ਰਾਜ ਕਿਰਪਾ ਕਰਕੇ ਬਖਸ਼ੇ। ਉਹ ਭਾਈ ਕਾਲਾ ਜਦੋਂ ਘਰੇ ਗਿਆ, ਘਰ ਵਾਲੀ ਨੂੰ ਜਾ ਕੇ ਦੱਸਿਆ, ਉਹਨੇ ਆਖਿਆ ਭਤੀਜਿਆਂ ਨੂੰ ਤਾਂ ਬਖਸ਼ਾਂ ਲੈ ਲਈਆਂ ਭਤੀਜਿਆਂ ਵਾਸਤੇ, ਤੇਰੇ ਪੁੱਤਰ ਤਾਂ ਖਾਲੀ ਰਹਿ ਗਏ ਨਾ, ਤੂੰ ਕੀ ਖਟਿਆ, ਇਹਨਾਂ ਨੂੰ ਵੀ ਲੈ ਕੇ ਜਾ। ਅਗਲੇ ਦਿਨ ਆਪਣੇ ਬੱਚਿਆਂ ਨੂੰ ਵੀ ਲੈ ਕੇ ਤੁਰ ਪਿਆ। ਸਤਿਗੁਰੂ ਮੁਸਕਰਾਉਂਦੇ ਹੋਏ ਪੁੱਛਣ ਲੱਗੇ, ਕਾਲਿਆ ਇਹ ਕੀ ਕਰਦੇ ਨੇ? ਮਹਾਰਾਜ ਇਹਨਾਂ ਤੇ ਵੀ ਕਿਰਪਾ ਕਰੋ। ਸਤਿਗੁਰੂ ਕਹਿਣਗੇ, ਉਹ ਕੱਲ੍ਹ ਵਾਲਾ ਸਮਾਂ ਤਾਂ ਕੱਲ੍ਹ ਹੀ ਸੀ, ਪਰ ਇਹ ਵੀ ਚੰਗੇ ਖਾਂਦੇ ਪੀਂਦੇ ਹੋਣਗੇ, ਜਰ ਗੁਜ਼ਾਰਾ ਚੰਗਾ ਹੋਵੇਗਾ। ਕੰਗਾਲਾਂ ਨੂੰ ਰਾਜ ਦਿੱਤੇ ਖਾਲਸਾ ਜੀ। ਉਹ ਫਿਰ ਅੱਗੇ ਭਾਈ ਰਾਮ ਸਿੰਘ, ਭਾਈ ਤਲੋਕ ਸਿੰਘ, ਅੱਗੇ ਪਰਿਵਾਰ ਵਿੱਚ ਸੰਦਲੀ ਫੂਲ ਤੋਂ ਚੱਲੇ ਪਰਿਵਾਰ, ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ, ਭਾਈ ਤਲੋਕਾ ਤੇ ਭਾਈ ਰਾਮਾ ਜੀ ਅੰਮ੍ਰਿਤ ਛਕਣ ਤੋਂ ਪਹਿਲਾਂ ਐਸੇ ਸਿੱਖ ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਸਾਹਿਬਜ਼ਾਦਿਆਂ ਦੇ ਸਰੀਰ ਸਿਆਣ ਕੇ ਅੰਤਮ ਕਿਰਿਆਵਾਂ ਸੰਸਕਾਰ ਵੀ ਕਰਵਾਏ ਸਨ। ਅੰਮ੍ਰਿਤ ਛਕ ਕੇ ਤਲੋਕ ਸਿੰਘ ਤੇ ਰਾਮ ਸਿੰਘ ਬਣੇ। ਤਲੋਕ ਸਿੰਘ ਨਾਭੇ ਤੇ ਜੀਂਦ ਦਾ ਰਾਜਾ ਬਣਿਆ। ਭਾਈ ਰਾਮ ਸਿੰਘ ਪਟਿਆਲੇ ਦਾ ਰਾਜਾ ਬਣਿਆ। ਉਹਦਾ ਪੁੱਤਰ ਸੀ ਅੱਗੇ ਬਾਬਾ ਆਲਾ ਸਿੰਘ ਖਾਲਸਾ ਜੀ। ਤੇ ਇਹ ਗਾਂ ਪੀੜ੍ਹੀ ਦਰ ਪੀੜ੍ਹੀ ਹੁਣ 13ਵੀਂ 14ਵੀਂ ਥਾਂ ਤੇ ਇਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ, ਇਹ ਰਾਜੇ ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਸੀ। ਕੰਗਾਲਾਂ ਨੂੰ ਰਾਜ 7ਵੇਂ ਪਾਤਸ਼ਾਹ ਨੇ ਦਿੱਤਾ ਸੀ। ਇਹਨਾਂ ਦੇ ਘਰ 'ਚ ਬਹੁਤ ਬਖਸ਼ਾਂ ਸਤਿਗੁਰੂ ਹਰਰਾਏ ਸਾਹਿਬ ਦੀਆਂ ਨੇ। ਸੋ ਇਸੇ ਤਰ੍ਹਾਂ ਖਾਲਸਾ ਜੀ ਬਡਰੁੱਖਾ ਪਿੰਡ ਹੈ ਜਿੱਥੋਂ ਦੇ ਰਾਜਾ ਗਜਪਤ ਸਿੰਘ ਜੀ ਹੋਏ। ਰਾਜਾ ਗਜਪਤ ਸਿੰਘ ਜੀ ਦੇ ਘਰ ਵਿੱਚ ਪੁੱਤਰੀ ਜੰਮੀ ਸੀ।
ਉਹਨੇ ਬਾਹਰ ਜਾ ਕੇ ਨਾ ਤੌੜੇ 'ਚ ਪਾ ਕੇ ਮੱਗੇ 'ਚ ਪਾ ਕੇ ਕਈ ਨਾਲ ਟੋਆ ਪੁੱਟ ਕੇ ਤੇ ਜਾ ਦੱਬੇ। ਬ੍ਰਹਮ ਗਿਆਨੀ ਬਾਬਾ ਗੁੱਦੜ ਸਿੰਘ ਸਾਹਿਬ ਜੀ ਪ੍ਰਸ਼ਾਦਾ ਛਕਣ ਵਾਸਤੇ ਰੋਜ਼ ਆਉਂਦੇ ਸੀ। ਆਏ ਘਰ ਵਿੱਚ, ਆਓ ਬਾਬਾ ਜੀ ਪ੍ਰਸ਼ਾਦਾ ਪਾਣੀ ਛਕੋ। ਕਹਿਣਗੇ ਰਾਜਨ ਅੱਜ ਨਹੀਂ ਤੇਰੇ ਘਰ ਦਾ ਲੰਗਰ ਛਕਣਾ ਹੈ। ਕੀ ਕਾਰਨ? ਕਹਿੰਦੇ ਬਹੁਤ ਵੱਡਾ ਤੂੰ ਪਾਪ ਕੀਤਾ ਹੈ। ਕੀ ਪਾਪ ਹੋਇਆ? ਕਹਿੰਦੇ ਮਹਾਂਪੁਰਖ। ਕਹਿਣਗੇ ਬਾਬਾ ਗੁੱਦੜ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੈ। ਕਹਿਣਗੇ ਕਈ ਫੜ ਤੇ ਚੱਲ ਸਾਡੇ ਨਾਲ ਹੈ। ਕਈ ਫੜਾ ਲਈ ਤੇ ਨਾਲ ਲੈ ਕੇ ਚੱਲ ਪਏ। ਜਿੱਥੇ ਉਹ ਲੜਕੀ ਨੱਪੀ ਸੀ ਨਾ, ਉਹ ਪਟਾਇਆ ਟੋਆ ਤੇ ਉਹ ਮੱਗੇ ਵਿੱਚੋਂ ਬਾਹਰ ਕੱਢੀ, ਪੈਰ ਦਾ ਅੰਗੂਠਾ ਚੁੰਗ ਰਹੀ ਸੀ, ਜਿਉਂਦੀ ਸੀ ਲੜਕੇ। ਕਹਿਣਗੇ ਰਾਜਾ ਗਜਪਤ ਸਿੰਘ ਤੂੰ ਨਹੀਂ ਜਾਣਦਾ, ਇਸ ਬੱਚੀ ਦੇ ਕੁੱਖੋਂ ਕੌਮ ਦਾ ਬਹਾਦਰ ਬਾਦਸ਼ਾਹ ਜਨਮ ਲਵੇਗਾ। ਉਹ ਰਾਜਾ ਗਜਪਤ ਸਿੰਘ ਦੀ ਸੁਪੁੱਤਰੀ ਬੀਬੀ ਰਾਜ ਕੌਰ ਸ਼ੁਗਰ ਚੱਕੀਆ ਮਿਸਲ ਦੇ ਜਥੇਦਾਰ ਸਰਦਾਰ ਚੜ੍ਹਤ ਸਿੰਘ ਜੀ ਦੇ ਪੋਤਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਉਹ ਵਿਆਹੀ। ਸੋ ਖਾਲਸਾ ਜੀ ਵਾਹਿਗੁਰੂ ਰਾਜਾ ਮਹਾਂ ਸਿੰਘ ਦੇ ਨਾਲ ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਨਾਲ ਵਿਆਹੀ, ਜਿਹਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਇਹ ਸਾਰਾ ਇੱਕੋ ਹੀ ਖਾਨਦਾਨ ਪਰਿਵਾਰ ਰਾਜਾ ਗਜਪਤ ਸਿੰਘ ਦਾ। ਮਹਾਰਾਜਾ ਪਟਿਆਲਾ ਨਾ ਮਹਾਰਾਜਾ ਨਾਭਾ ਜੀਂਦ ਹੈ। ਇਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਾਂ ਕੀਤੀਆਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਵੱਡੇ ਭਰਾ ਧੀਰ ਮੱਲ ਦੇ ਕੋਲ ਹਜੂਰ ਪਹੁੰਚੇ। ਉਧਰੋਂ ਖਾਲਸਾ ਜੀ ਵਿਸਾਖੀ ਦਾ ਪੁਰਬ ਨੇੜੇ ਆ ਰਿਹਾ ਸੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਹੁੰਦੇ ਵਿਸਾਖੀ ਦਾ ਪੁਰਬ ਉੱਥੇ ਹੀ ਮਨਾਇਆ ਜਾਂਦਾ ਸੀ। ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮਹਾਨ ਸਿੱਖਾਂ ਦਾ ਮੁੱਢਲਾ ਤੀਰਥ ਸ੍ਰੀ ਗੋਇੰਦਵਾਲ ਸਾਹਿਬ ਹੈ, ਜਿਹਦੇ ਖਾਲਸਾ ਜੀ ਆਪਾਂ ਨਿਆਈ 'ਚ ਹੀ ਬੈਠੇ ਹੈ। ਐਸਾ ਪਾਵਨ ਪਵਿੱਤਰ ਸਥਾਨ ਹੈ। ਬ੍ਰਹਮ ਗਿਆਨੀ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਡੱਲਾ ਨਿਵਾਸੀ ਨੇ, ਸਤਿਗੁਰੂ ਜੀ ਸੰਗਤ ਆਉਂਦੀ ਹੈ ਦਰਸ਼ਨ ਕਰਕੇ ਵਾਪਸ ਮੁੜ ਜਾਂਦੀ ਹੈ। ਇੱਕ ਦਿਨ ਕੋਈ ਮੇਲ ਮਿਲਾਪ ਦਾ ਚਾਹੀਦਾ, ਜੋੜ ਮੇਲਾ ਬਣੇ, ਸੰਗਤਾਂ ਆਪਸ 'ਚ ਮਿਲਣ ਗਿਲਣ। ਅੱਜ ਕੱਲ੍ਹ ਵਰਗੇ ਸਾਧ ਨਹੀਂ ਸੀ ਵੀ ਕਿਸੇ ਵਿਸ਼ੇਸ਼ ਦਿਨ 'ਤੇ ਇਕੱਠੇ ਹੋਣ, ਆਪੋ ਆਪਣੇ ਸਮੇਂ 'ਤੇ ਆਉਣਾ ਤੇ ਚਲੇ ਜਾਣਾ। ਬ੍ਰਹਮ ਗਿਆਨੀ ਭਾਈ ਪਾਰੋ ਜੀ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰਾਂ ਨੇ ਵਿਸਾਖੀ ਦਾ ਦਿਨ ਨਿਯਤ ਕੀਤਾ ਸੀ। ਸਤਿਗੁਰੂ ਜੀ ਜਿੱਥੇ ਵੀ ਦਸੇ ਪਾਤਸ਼ਾਹੀਆਂ ਤੱਕ ਜਿੱਥੇ ਵੀ ਹਜੂਰ ਰਹਿੰਦੇ ਉੱਥੇ ਵਿਸਾਖੀ ਦਾ ਪੁਰਬ ਮਨਾਇਆ ਜਾਂਦਾ ਰਿਹਾ। ਸਤਿਗੁਰੂ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਆ ਗਏ, ਜਿਹੜਾ 1650 'ਚ ਗੁਰੂ ਅਰਜਨ ਸਾਹਿਬ ਨੇ ਲੱਕੜ ਦੀ ਮੋਹਰੀ ਗੱਡ ਕੇ ਵਸਾਇਆ ਸੀ। ਸੋ ਹਜੂਰ ਸੱਚੇ ਪਾਤਸ਼ਾਹ ਜੀ ਇੱਥੇ ਸਨ। ਸਰਬੱਤ ਸੰਗਤਾਂ ਨੂੰ ਹੁਕਮ ਭੇਜੇ ਵੀ ਇੱਥੇ ਪੁਰਬ ਮਨਾਇਆ ਜਾਵੇਗਾ। ਬੜੀ ਵੱਡੀ ਪੱਧਰ 'ਤੇ ਪੁਰਬ ਮਨਾਇਆ। ਹਜੂਰ ਨੇ ਖੂਹ ਲਵਾਏ, ਹੋਰ ਵੀ ਯੋਗ ਪ੍ਰਬੰਧ ਕਰਵਾਏ। ਮਾਲਵੇ ਦੀ ਸੰਗਤ ਲੈ ਕੇ ਭਾਈ ਭਗਤੂ ਦਾ ਪੁੱਤਰ ਆਇਆ। ਉਹ ਬ੍ਰਹਮ ਗਿਆਨੀ ਭਾਈ ਭਗਤੂ ਜੀ ਦੇ ਸਿੱਖੀ ਪ੍ਰਚਾਰ ਦੇ ਸਤਿਗੁਰੂ ਨੇ ਡਿਊਟੀ ਲਾਈ ਹੋਈ ਸੀ। ਉਹ ਭਾਈ ਜੀਵਨ ਸਤਿਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਸੰਗਤ ਮਾਲਵੇ ਦੀ ਲੈ ਕੇ ਆਇਆ। ਇੱਧਰੋਂ ਖਾਲਸਾ ਜੀ ਦਿਨ ਮਨਾਇਆ ਜਾ ਰਿਹਾ ਸੀ। ਇੱਕ ਬ੍ਰਾਹਮਣ ਦਾ ਪੁੱਤਰ ਉਹਨਾਂ ਦਿਨਾਂ 'ਚ ਚੜ੍ਹਾਈ ਕਰ ਗਿਆ। ਉਹ ਸਤਿਗੁਰਾਂ ਦੀਆਂ ਪੌੜੀਆਂ 'ਚ ਲਿਆ ਪਾਇਆ ਤੇ ਮਸੰਦ ਜਿਹੜੇ ਸੀ ਨਾ, ਗੁਰੂ ਸਾਹਿਬ ਨੂੰ ਕਹਿਣ ਮਹਾਰਾਜ ਨੂੰ ਜਿੰਦਾ ਕਰ ਦਿਓ ਜੀ, ਗੁਰੂ ਨਾਨਕ ਦੇ ਘਰ ਵਿੱਚ ਕੀ ਤੋਟ ਹੈ ਕੀ ਘਾਟ ਹੈ। ਸਤਿਗੁਰੂ ਕਹਿਣਗੇ ਕੋਈ ਗੱਲ ਨਹੀਂ। ਹਜੂਰ ਕਹਿਣਗੇ ਪਰਮੇਸ਼ਰ ਦੀ ਰਿਆ ਭਾਣੇ 'ਚ ਰਹਿਣਾ ਚਾਹੀਦਾ ਹੈ। ਇੱਕ ਦਿਨ ਲੰਘ ਗਿਆ, ਦੂਜਾ ਦਿਨ ਵੀ ਲੰਘ ਗਿਆ, ਤੀਜਾ ਦਿਨ ਚੜ੍ਹਿਆ। ਵਾਰ-ਵਾਰ ਮਸੰਦ ਸਤਿਗੁਰਾਂ ਨੂੰ ਆ ਕੇ ਬੇਨਤੀ ਕਰਨ ਮਹਾਰਾਜ ਜਿੰਦਾ ਕਰ ਦਿਓ। ਮੌਜ ਦੇ ਮਾਲਕ ਸਤਿਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ ਲਿਆਓ ਭਾਈ, ਤੁਸੀਂ ਕੱਲ੍ਹ ਦੇ ਪਰਸੋਂ ਦੇ ਕਹਿ ਰਹੇ ਹੋ, ਕੋਈ ਮਸੰਦ ਆਪਣੀ ਜ਼ਿੰਦਗੀ ਲੇਖੇ ਲਾ ਦੇਵੇ, ਉਹਦੀ ਥਾਂ 'ਤੇ ਇਹ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਜਾਵੇਗਾ। ਜਿਹੜੇ ਸਿਫਾਰਿਸ਼ਾਂ ਕਰਨ ਵਾਲੇ ਸੀ ਨਾ ਪੰਥ, ਉਹ ਸਾਰੇ ਪਿਛਾਂਹ ਭੱਜ ਗਏ। ਕੌਣ ਹੁਣ ਆਪਣੀ ਜਾਨ ਦੇਵੇ। ਮਾਲਵੇ ਦੀ ਸੰਗਤ ਲੈ ਕੇ ਆਇਆ ਭਾਈ ਜੀਵਨ, ਮਗਰਲੇ ਬੰਨੇ ਬੈਠਾ ਸੀ ਸੰਗਤ ਵਿੱਚ। ਜਦੋਂ ਹਜੂਰ ਦਾ ਬਚਨ ਸੁਣਿਆ ਕੋਈ ਸਿੱਖ ਨਹੀਂ ਉੱਠਿਆ, ਮਸੰਦ ਪਾਸੇ ਹਟ ਗਏ। ਭਾਈ ਜੀਵਨ ਉੱਠ ਕੇ ਤੁਰ ਗਿਆ। ਜਾ ਕੇ ਖਾਲਸਾ ਜੀ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕਰਕੇ ਤੰਬੂ ਵਿੱਚ ਸਰੀਰ ਛੱਡ ਗਿਆ। ਇੱਧਰੋਂ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ। ਬੜੀ ਖੁਸ਼ੀ ਹੋਈ। ਸਤਿਗੁਰਾਂ ਨੂੰ ਆਣ ਦੱਸਿਆ, ਮਹਾਰਾਜ
ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋ ਗਿਆ ਜੀ। ਹਜੂਰ ਕਹਿਣਗੇ ਦੱਸੋ ਕਿਹੜੇ ਮੇਰੇ ਪੁੱਤਰ ਨੇ ਕੁਰਬਾਨੀ ਕੀਤੀ ਹੈ। ਸਾਰੀ ਸੰਗਤ 'ਚ ਪਤਾ ਕੀਤਾ, ਪਤਾ ਨਾ ਲੱਗਿਆ, ਕਿਉਂਕਿ ਪਿਛਲੇ ਬੰਨੇ ਬੈਠਾ ਹੀ ਭਾਈ ਜੀਵਨ ਉੱਠ ਕੇ ਤੁਰ ਗਿਆ ਸੀ। ਜਦੋਂ ਸਾਰੇ ਤੰਬੂ ਵੇਖੇ ਨਾ, ਆਣ ਬੇਨਤੀ ਕੀਤੀ, ਮਹਾਰਾਜ ਭਾਈ ਭਗਤੂ ਜੀ ਦਾ ਪੁੱਤਰ ਭਾਈ ਜੀਵਨ ਉਹ ਚੜ੍ਹਾਈ ਕਰ ਗਿਆ ਹੈ। ਹਜੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿਣਗੇ ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਲੇਕਿਨ ਬ੍ਰਾਹਮਣ ਦਾ ਪੁੱਤਰ ਤੁਸੀਂ ਜਿਉਂਦਾ ਕਰਵਾ ਲਿਆ ਹੈ। ਔਰ ਅੰਤਮ ਕਿਰਿਆਵਾਂ ਸਤਿਗੁਰੂ ਨੇ ਆਪ ਕੀਤੀਆਂ। ਉਹਦੇ ਧਰਮ ਪਤਨੀ ਵੀ ਆਈ ਹੋਈ ਸੀ। ਹਜੂਰ ਕਹਿਣਗੇ ਧੀਏ ਵੱਡ ਪਰਿਵਾਰੀ ਹੋਵੇਂਗੀ, ਗੁਰੂ ਨਾਨਕ ਦੀਆਂ ਧਿਰ ਤੇ ਰੱਖਾਂ ਰਹਿਮਤਾਂ ਹੋਣਗੀਆਂ। ਗਰੀਬ ਨਵਾਜ਼ ਨੇ ਇਹ ਵਰਦਾਨ ਬਖਸ਼ਿਆ। ਭਾਈ ਭਗਤੂ, ਭਾਈ ਜੀਵਨ, ਭਾਈ ਗੌਰਾ ਪੀੜ੍ਹੀ ਦਰ ਪੀੜ੍ਹੀ ਇਹ ਪਰਿਵਾਰ ਸਿੱਖੀ ਕਮਾਉਣ ਵਾਲਾ। ਭਾਈ ਭਗਤੂ ਜੀ ਮਾਲਵੇ ਵਿੱਚੋਂ ਪ੍ਰਚਾਰ ਕਰਦੇ ਕਰਦੇ ਆਏ, ਬਿਰਧ ਅਵਸਥਾ ਸੀ। ਸਤਿਗੁਰੂ ਹਰਿਰਾਏ ਸਾਹਿਬ ਮੌਜ ਦੇ ਮਾਲਕ ਕੀਰਤਪੁਰ ਸਾਹਿਬ ਬੈਠੇ ਹੋਏ, ਭਾਈ ਭਗਤੂ ਜੀ ਆਏ। ਮੁਸਕਰਾਉਂਦੇ ਹੋਏ ਗੁਰੂ ਹਰਿਰਾਏ ਸਾਹਿਬ ਕਹਿਣਗੇ ਭਾਈ ਭਗਤੂ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਬਾਬਾ ਜੀ ਭਾਈ ਭਗਤੂ ਜੀ ਮਾਲਵੇ ਵਿੱਚ ਗਏ, ਛੋਟੀ ਉਮਰ ਦੀ ਲੜਕੀ ਆਪਦੀ ਬਿਰਧ ਅਵਸਥਾ ਸੀ, ਉਹਦੇ ਨਾਲ ਸ਼ਾਦੀ ਰਚਾ ਲਏ। ਸੋ ਵੱਡੇ ਪਰਿਵਾਰ ਪਹਿਲੇ ਚੋਂ ਇਹ ਭਾਈ ਜੀਵਨ ਤੇ ਭਾਈ ਗੌਰਾ। ਪਰ ਖਾਲਸਾ ਜੀ ਕੋਈ ਸਮਾਂ ਪਾ ਕੇ ਭਾਈ ਭਗਤੂ ਜੀ ਗੁਰਪੁਰੀ ਪਿਆਨਾ ਕਰ ਗਏ। ਇੱਕ ਦਿਨ ਐਸਾ ਸਮਾਂ ਵੀ ਆਇਆ, ਦੂਸਰਾ ਪੁੱਤਰ ਸੀ ਭਾਈ ਗੌਰਾ। ਜੀਵਨ ਜਿਹੜਾ ਸੀ ਉਹ ਚੜ੍ਹਾਈ ਕਰ ਗਿਆ ਸੀ ਕਰਤਾਰਪੁਰ ਸਾਹਿਬ। ਭਾਈ ਜੱਸੂ ਗੁਰੂ ਹਰਿਰਾਏ ਸਾਹਿਬ ਦੇ ਸੀਸ ਤੇ ਚੌਰ ਦੀ ਸੇਵਾ ਕਰ ਰਿਹਾ ਸੀ ਸਿੱਖ। ਭਾਈ ਗੌਰਾ ਆਇਆ ਤੇ ਉਹਨੇ ਆਣ ਮੱਥਾ ਟੇਕਿਆ। ਭਾਈ ਜੱਸੂ ਨੇ ਚੌਰ ਕਰਦਿਆਂ ਕਰਦਿਆਂ ਮਖੌਲ ਨਾਲ ਕਿਹਾ ਤੁਹਾਡੀ ਮਾਤਾ ਜਿਹੜੀ ਆ ਉਹਦੀ ਉਮਰ ਛੋਟੀ ਹੈ, ਅਸੀਂ ਭਾਈ ਭਗਤੂ ਦੇ ਸਾਰੇ ਨਾਲ ਰਹਿਣ ਵਾਲੇ, ਉਹਦਾ ਵਿਆਹ ਕਿਤੇ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਮੇਰੇ ਨਾਲ ਹੀ ਕਰ ਦਿਓ। ਐਂ ਜਾਣੋ ਜਿਵੇਂ ਤਾਰ ਸਾਬਣ ਨੂੰ ਖਾ ਜਾਂਦੀ ਹੈ ਨਾ, ਇਉਂ ਮਨ ਦੁਖੀ ਹੋਇਆ ਭਾਈ ਗੌਰੇ ਦਾ। ਉਹਨੇ ਸਮਾਂ ਪਾ ਕੇ ਭਾਈ ਜੱਸੂ ਚੌਰ ਬਰਦਾਰ ਗੁਰੂ ਹਰਿਰਾਏ ਸਾਹਿਬ ਦਾ, ਉਹਨੇ ਖਾਲਸਾ ਜੀ ਭਾਈ ਜੱਸੂ ਦਾ ਕਤਲ ਕਰ ਦਿੱਤਾ। ਸਤਿਗੁਰਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਹਜੂਰ ਨੇ 100 ਸ਼ਰਾਪ ਗਿਣ ਕੇ ਦਿੱਤਾ। 100 ਸ਼ਰਾਪ ਹੈ, 100 ਸ਼ਰਾਪ ਤੋਂ ਹਲਕਾ ਹੋ ਕੇ ਮਰੇ, ਫਾਹੇ ਲਾ ਕੇ ਮਰੇ, ਸਾਡੀ ਸਾਰੀ ਜ਼ਿੰਦਗੀ ਸਾਡੇ ਮੱਥੇ ਨਾ ਲੱਗੇ। ਪਰ ਬਲਿਹਾਰ ਜਾਈਏ ਗੁਰੂ ਕੇ ਸਿੱਖਾਂ ਤੋਂ, ਹਜੂਰ ਦੇ ਪਿੱਛੇ ਪਿੱਛੇ ਥੋੜ੍ਹੀ ਦੂਰ ਤੇ ਰਹਿੰਦਾ, ਕਿਉਂਕਿ ਹਜੂਰ ਦਾ ਹੁਕਮ ਸੀ ਲਾਗੇ ਨਹੀਂ ਆਉਣਾ। ਜਦੋਂ ਕਰਤਾਰਪੁਰ ਤੋਂ ਖਾਲਸਾ ਜੀ ਹਜੂਰ ਕੀਰਤਪੁਰ ਸਾਹਿਬ ਨੂੰ ਵਾਪਸ ਜਦੋਂ ਜਾ ਰਹੇ ਸੀ, ਚੋਜੀ ਪ੍ਰੀਤਮ ਰਸਤੇ ਵਿੱਚੋਂ ਖਾਲਸਾ ਜੀ ਬਹਿਲੋਲ ਪਿੰਡ ਦਾ ਸੋ ਮੁਗਲ ਸਖਾਂ 6ਵੇਂ ਪਾਤਸ਼ਾਹ ਨਾਲ ਮੈਦਾਨੀ ਜੰਗ 'ਚ ਲੜਾਈ ਲੜਿਆ। ਸਤਿਗੁਰੂ ਨੇ ਉਹਨੂੰ ਮੌਤ ਦੇ ਘਾਟ ਉਤਾਰਿਆ। ਉਹਦਾ ਪੁੱਤਰ ਸੀ ਅੱਗੇ, ਉਹ ਬਦਲਾ ਲੈਣ ਵਾਸਤੇ 1000 ਪਠਾਨ ਫੌਜ ਲੈ ਕੇ, ਔਰ ਸਤਿਗੁਰੂ ਤਾਂ ਅੱਗੇ ਅੱਗੇ, ਗੁਰੂ ਕੇ ਮਹਿਲ ਸਾਡੀਆਂ ਸਤਿਕਾਰਯੋਗ ਮਾਤਾ ਜੀ ਮਗਰ ਮਗਰ ਜਾ ਰਹੇ ਸਨ ਥੋੜ੍ਹੀ ਦੂਰ ਤੇ। ਸੋ ਉਹ ਮਾਤਾਵਾਂ ਦੇ ਉੱਪਰ ਖਾਲਸਾ ਜੀ ਫੌਜ ਲੈ ਕੇ ਆਣ ਪਿਆ। ਸਤਿਗੁਰੂ ਦਾ ਹੁਕਮ ਸੀ ਮਗਰ ਰਹਿਣਾ, ਸਾਡੇ ਮੱਥੇ ਨਹੀਂ ਲੱਗਣਾ। ਮਾਤਾਵਾਂ ਦੀ ਰਥਾਂ ਦੇ ਮਾਤਾ ਜੀ ਦੇ ਰਥ ਦੇ ਮਗਰ ਦੂਰ ਤੇ ਆ ਰਿਹਾ ਸੀ, ਮਗਰ ਮਾਲਵੇ ਦੇ ਨਾਲ ਸਨੱਧਬੱਧ ਸੂਰਮਿਆਂ ਦੀ ਫੌਜ ਲੈ ਕੇ ਭਾਈ ਗੌਰਾ। ਜਦੋਂ ਮੁਗਲ ਸਿੱਖਾਂ ਦਾ ਪੁੱਤਰ ਆ ਕੇ ਪੈ ਗਿਆ, ਮਹਿਲਾ ਨੂੰ ਇੱਜ਼ਤ ਲੁੱਟਣ ਦਾ ਖਤਰਾ ਬਣ ਗਿਆ। ਸ਼ੈਤਰ ਮਿਆਨਾਂ ਚੋਂ ਕੱਢ ਕੇ ਬਹਾਦਰ ਸੂਰਮੇ ਮਾਲਵੇ ਦੀ ਫੌਜ, ਭਾਈ ਗੌਰਾ ਬਹਾਦਰ ਗਤੀ ਨਾਲ ਲੜਿਆ। ਉਹ ਮੁਗਲ ਸਿੱਖਾਂ ਦੇ ਪੁੱਤਰ ਦੇ ਦੰਦ ਖੱਟੇ ਤੇ ਕੀਤੇ ਤੇ ਸਾਡੀਆਂ ਸਤਿਕਾਰਯੋਗ ਮਾਤਾਵਾਂ ਮਾਤਾ ਜੀ ਨੂੰ ਸੁਰੱਖਿਅਤ ਲੈ ਕੇ ਉਹ ਕੀਰਤਪੁਰ ਸਾਹਿਬ ਪਹੁੰਚਾ। ਸਤਿਗੁਰੂ ਦਾ ਹੁਕਮ ਸੀ ਨੇੜੇ ਨਹੀਂ ਆਉਣਾ, ਦੂਰ ਤੰਬੂ ਲੱਗਾ ਹੋਇਆ ਸੀ। ਜਦੋਂ ਸਾਰੀ ਹਕੀਕਤ ਮਾਤਾ ਜੀ ਤੇ ਸਿੱਖਾਂ ਤੋਂ ਸੁਣੀ, ਇੱਕ ਇੱਜ਼ਤ ਦਾ ਸਵਾਲ ਬਣ ਚੁੱਕਾ ਸੀ। ਸਤਿਗੁਰੂ ਹਰਿਰਾਏ ਸਾਹਿਬ ਕਹਿਣਗੇ ਲਿਆਓ ਭਾਈ ਗੌਰੇ ਨੂੰ। ਭਾਈ ਗੌਰੇ ਨੂੰ ਹਜੂਰ ਨੇ ਕੋਲ ਬੁਲਾਇਆ, ਛਾਤੀ ਨਾਲ ਲਾ ਕੇ ਕਿਹਾ ਭਾਈ ਗੌਰਿਆ, ਅਸੀਂ 100 ਦਾ 100 ਸ਼ਰਾਪ ਸਾਰੇ ਵਾਪਸ ਲੈਨੇ ਆ। ਬੇਨਤੀ ਕੀਤੀ ਸਤਿਗੁਰੂ ਇਉਂ ਨਾ ਕਰੋ, ਜੇ ਸਾਰੇ ਬਚਨ ਤੁਸੀਂ ਵਾਪਸ ਲੈ ਲਏ ਨਾ, ਲੋਕਾਂ ਨੇ ਕਹਿਣਾ ਸ਼ਾਇਦ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ 'ਚ ਸ਼ਕਤੀ ਨਹੀਂ ਸੀ। ਇੱਕ ਸ਼ਰਾਪ ਜ਼ਰੂਰ ਮੈਨੂੰ ਰਹਿਣ ਦਿਓ, ਜਿਹੜਾ ਕਿਹਾ ਸੀ ਨਾ ਹਲਕਾ ਹੋ ਕੇ ਮਰੇਗਾ, ਵਾਹਿਗੁਰੂ ਫਾਹੇ ਲਾ ਕੇ ਮਰੇਗਾ, ਇਹ ਬਚਨ ਰਹਿਣ ਦਿਓ। ਉਹ ਭਾਈ ਗੌਰਾ ਖਾਲਸਾ ਜੀ ਭਾਈ ਭਗਤੂ ਦਾ ਪੁੱਤਰ ਹੈ।
इस भाई गौरे का खालसा जी अगे पुत्र पीढ़ी दर पीढ़ी कैंथल राजा उदय सिंह भाई उदय सिंह जिन्हें भाई साहब भाई संतोख सिंह साहब जी को अपने कोल रख के गुरप्रताप सूरज ग्रंथ श्री नानक प्रकाश की कथा सारी लिखावना की। राजा भाई उदय सिंह साहब जी वो भाई गौरे के परिवार विचों अगे से। ऐसे सतगुरु दीन दयाल गरीब नवाज औरंगजेब बादशाह बहुत यतन कर लगा सतगुरां नूं गुरसिੱਖੀ नूं और कमज़ोर करने वास्ते सरकारां इतुलियां रहिंदियां हन। पहली गल तो खालसा जी सतगुरु गरीब नवाज इहदे दे पास इहदा भरा दाराश कौन बीमार पै गया सी और इन्हें औरंगजेब ने घोड़े का वाल उन्हें खवाता होर चीज़ां खवा दित्तियां। कितों भी आराम नहीं सी आ रहा, कोई दवाई नहीं सी मिल रही। वैदा हकीमां ने आख्या धन गुरु हरराए साहब का दवाई खाना जे किते सतगुरु कोल बादशाह पहुँच करे ना तो गरीब नवाज कृपा कर सकते हैं। उस वे खालसा जी 7 मासे की हरड़ एक लौंग इस तरह ते गज मोते ये गरीब नवाज ने वो कीरतपुर साहब जदों आके बेनती की राजे ने कर्मचारी भेजे सतगुरु का घर हजूर कहणगे निर्वैर है। ये वस्तुआं हजूर ने भेजियां वो दाराश को दित्तियां ते दाराश को कुछ समय बाद राजी हो गया। मरनाऊ पिया सी 9 बरनाऊ हो गया। औरंगजेब अंदर खाते ईरखा रखदा से पर जदों इन्हां दा बाप शाहजहान अंतले समय ते पिया उस समय खालसा जी वक्खो वक्खरे थावां ते ये 4 भरा सी सुजा मुराद औरंगजेब ते दाराश को। जिहड़ा मुराद सी वो गुजरात का गवर्नर थापिया होया से, जिहड़ा सुजा सी वो बंगाल का थापिया होया से, जिहड़ा औरंगजेब से ये खालसा जी महाराष्ट्र का गवर्नर थापिया होया से ते पंजाब का दाराज को से। ऐसी कुटल नीति नाल बुढ़े बाप नूं इन्हें जेल की काल कोठरी च ताड़िया। 68 साल का बजुर्ग अपनी औलाद के हथों पानी तो प्यासा ते रोटी तो भुखा खालसा जी जेल दियां काल कोठरियां शाहजहान का देहांत होया वो भी अपनी औलाद के हथों। दाराज को दा खालसा जी ने कतल किया और सतगुरु गरीब नवाज सच्चे पातशाह महाराज के कोल आया से 7वें पातशाह कोल गुरु हरराए साहब के कोल। सतगुरु कहणगे दाराश कौन असी तेनू स्वर्ग का राज दिता, स्वर्ग का राज है। इनू औरंगजेब नू पता लगा भी सतगुरु ने को बचन किया है। ये पुछदा है दाराज को की सतगुरु ने कहा है। कहन लगा कोई गल नहीं। सतगुरु ने पूछा हजूर कहणगे तू याद करके दाराज को रात नू सौ जावी तेन सुपने च आपे पता लग जाएगा। जद ये सुता खालसा जी वेखिया सुपना आया दाराज को स्वर्ग के संघासन से बैठा होया देवतियां की सभा विच राजा बन के बैठा है। सुनहरी चौर ये सिर ते झुल रहे ने। ये वेख के बड़ा हैरान होया। मैं की बनागा अगले जन्म च सोचन लगा, सोचदा नींद आ गई। फिर खालसा जी ने भंगियां दा घर दा जन्म विष्टा की टोकरी सिर ते रखी हुई सुपना विच वेख रहा है। औरंगजेब विष्टा की भरी हुई टोकरी उतों मीह पै रहा, वो चो चो के टोकरी चो विष्टा मूँह के उपर पै रही है। तुरिया जाता तुन चिन पैर स्लिप हो गया तो सारा गंदगी का टोकरा सिर ते आन पिया। उन्हें चिन्ह इसकी अख खुल गई। वजू करता फिर इशनान करता फिर ये गुरु हरराए साहब ने कौतक विखाया से। दाराश को ने सुजा मुराद ते वाहिगुरु इस औरंगजेब ने तिन्ना ही भरावां ते बुढ़े बाप ते भैन का लिहाज भी ना किया। जेल दियां काल कोठरियां च रख के मारिया। सिੱਖੀ नूं कमज़ोर करने वास्ते गुरु हरराए साहब नूं इन्हें दिल्ली बुलाया। सतगुरु कहणगे नहे मलेश को दर्शन दे हैं, नहीं नरंगे पापी दे मत्थे लगना, नहीं दर्शन देने। अखीर हजूर कहणगे कोई सिੱਖੀ के संबंध च पुछना चाहुंदा असी कोई जुम्मेवार सिख भेज देने हैं, साहिबजादे नूं भेज देने हैं। और उसले वड्डे साहिबजादे नूं बाबा राम राय नूं सतगुरां ने भेजिया। राम राय सिੱਖੀ के संबंध जो बादशाह पूछे निडरता नाल जवाब देना, को पैसे नहीं कबूलना। सो सत बचन कह के तोरिया।
ਹਜੂਰ ਕਹਿਣਗੇ ਗੁਰੂ ਨਾਨਕ ਤੇਰੀ ਰਸਨਾ ਤੇ ਵਸਣ ਗਏ। ਪਰ ਜਦੋਂ ਉੱਥੇ ਪਹੁੰਚ ਗਿਆ ਨਾ, ਬਾਦਸ਼ਾਹਾਂ ਦੇ ਕੋਲ ਵੱਡੇ ਵੱਡੇ ਖੁਸ਼ਾਮਦੀਏ ਬਣ ਜਾਂਦੇ ਨੇ, ਝਾਟੀ ਉਹਦਾ ਖੁਸ਼ਾਮਦੀਆ ਜਿਹਾ ਹੋ ਗਿਆ। ਸੋ ਇੱਕ ਵਾਰ ਲੱਗੀ ਹੋਈ ਸਭਾ 72 ਤੋਂ ਵੱਧ ਨੇ ਕਰਾਮਾਤਾਂ ਵਿਖਾਈਆਂ। ਇੱਕ ਦਿਨ ਲੱਗੀ ਹੋਈ ਸਭਾ ਤੇ ਸਾਰੇ ਪੰਡਤ, ਸਾਰੇ ਮੌਲਵੀ ਕਾਜੀ ਇਕੱਠੇ ਹੋਏ ਬੈਠੇ। ਉਹਨਾਂ ਨੇ ਆਖਿਆ ਜੀ ਗੁਰੂ ਨਾਨਕ ਦੀ ਇੱਕ ਤੋਕਾ ਹੈ, ਕਲਾਮ ਹੈ ਆਸਾ ਦੀ ਵਾਰ ਵਿੱਚ, ਮਿੱਟੀ ਮੁਸਲਮਾਨ ਕੀ ਪੀੜ ਹੈ ਪਈ ਘੁਮਿਆਰ ਹੈ। ਮੇਰੇ ਖਿਆਲ ਆਸਾ ਦੀ ਵਾਰ ਦਾ 6ਵਾਂ ਸ਼ਲੋਕ ਹੈ। ਮੁਸਲਮਾਨਾਂ ਸਿਫਤ ਸਰਈਅਤ ਪੜ੍ਹ ਪੜ੍ਹ ਕਰੇ ਵਿਚਾਰ। ਉਹਦਾ ਅੱਗੇ ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੀੜ ਹੈ ਪਈ ਘੁਮਿਆਰ ਹੈ। ਸੋ ਇਹ ਬਚਨ ਖਾਲਸਾ ਜਦੋਂ ਕਹੇ ਇਹ ਇੰਨਾ ਖੁਸ਼ਾਮਦੀਆ ਹੋ ਗਿਆ, ਕਹਿਣ ਲੱਗਾ ਨਹੀਂ ਨਹੀਂ ਮੁਸਲਮਾਨ ਨਹੀਂ, ਬੇਈਮਾਨ ਕੀ ਕਿਹਾ ਹੈ। ਉਸ ਵੇਲੇ ਸੰਗਤ ਨੂੰ ਹਜੂਰ ਸੱਚੇ ਇਹ ਗੱਲ ਦਾ ਪਤਾ ਲੱਗਾ। ਸੰਗਤ ਨੇ ਕੀਰਤਪੁਰ ਸਾਹਿਬ ਸੁਣਿਆ ਭੇਜਿਆ। ਸਤਿਗੁਰੂ ਹਰਿਰਾਏ ਸਾਹਿਬ ਨੂੰ ਮਹਾਰਾਜ ਸਾਹਿਬਜ਼ਾਦੇ ਨੇ ਗੁਰਬਾਣੀ ਦੀ ਤੁਕ ਬਦਲ ਦਿੱਤੀ ਹੈ। ਇੰਨਾ ਚਿੱਤ ਹਜੂਰ ਸੱਚੇ ਪਾਤਸ਼ਾਹ ਦੇ ਮਨ 'ਚ ਰੋਸ ਜਾਗਿਆ। ਰਾਮ ਰਾਏ ਨੂੰ ਸੁਨੇਹਾ ਭੇਜਿਆ, ਰਾਮ ਰਾਏ ਸਾਰੀ ਜ਼ਿੰਦਗੀ ਸਾਡੇ ਮੱਥੇ ਨਹੀਂ ਲੱਗਣਾ ਹੋਵੇਗਾ, ਸਾਰੀ ਜ਼ਿੰਦਗੀ ਤੇਰੇ ਕੋਲ ਕੀ ਅਧਿਕਾਰ ਹੈ ਤੇ ਗੁਰੂ ਨਾਨਕ ਸਾਹਿਬ ਦੀ ਧੁਰ ਕੀ ਬਾਣੀ ਬਦਲ ਦੇਵੇਂ। ਮੁਸਲਮਾਨ ਦੀ ਥਾਂ ਤੇ ਕਹਿਣ ਲੱਗਾ ਬੇਈਮਾਨ ਕੀ ਹੈ। ਕਿਹਾ ਅਸੀਂ ਸਾਰੀ ਜ਼ਿੰਦਗੀ ਸਾਡੇ ਮੱਥੇ ਨਾਲ ਲੱਗੇ। ਬੇਨਤੀ ਕੀਤੀ, 12 ਕੋਹ ਦੂਰ ਤੰਬੂ ਲਾ ਕੇ ਉਡੀਕਦਾ ਰਿਹਾ। ਹਜੂਰ ਨੇ ਆਖਿਆ ਨਹੀਂ ਸਾਡੇ ਕੋਲ ਆਉਣਾ, ਮੈਂ ਤੁਹਾਡਾ ਪੁੱਤਰ ਹਾਂ, ਮਾਪਿਆਂ ਦੇ ਘਰ ਹੀ ਬੱਚਿਆਂ ਨੇ ਆਉਣਾ ਹੁੰਦਾ, ਮੈਂ ਕਿੱਧਰ ਚਲਾ ਜਾਵਾਂ। ਹਜੂਰ ਕਹਿ ਲਗੇ ਜਿੱਧਰ ਨੂੰ ਤੇਰਾ ਮੂੰਹ ਹੋਵੇ ਚਲਾ ਜਾਵੇਂ, ਲੇਕਿਨ ਗੁਰੂ ਨਾਨਕ ਦੇ ਘਰ 'ਚ ਤੇਰੇ ਵਰਗਿਆਂ ਵਾਸਤੇ ਥਾਂ ਨਹੀਂ। ਨਹੀਂ ਸਾਰੀ ਜ਼ਿੰਦਗੀ ਮੱਥੇ ਲਾਇਆ ਆਪਣੇ ਪੁੱਤਰ ਨੂੰ। ਬਾਅਦ ਵਿੱਚ ਔਰੰਗਜ਼ੇਬ ਨੂੰ ਕਹਿਣ ਲੱਗਾ ਮੈਂ ਹੁਣ ਕਿੱਧਰ ਜਾਵਾਂ, ਕਿੱਥੇ ਜਾ ਕੇ ਰਵਾਂਗਾ। ਸਤਿਗੁਰਾਂ ਨੇ ਘਰੋਂ ਵੀ ਜਵਾਬ ਮਿਲ ਗਿਆ। ਗੁਰਿਆਈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮਿਲ ਗਈ ਸੀ, ਮੈਂ ਹੁਣ ਕਿੱਥੇ ਜਾਵਾਂ। ਔਰੰਗਜ਼ੇਬ ਨੇ ਆਖਿਆ ਜਿਹੜੀ ਜਗ੍ਹਾ ਤੈਨੂੰ ਪਸੰਦ ਕਰੇ ਨਾ, ਚੰਗੀ ਜਗ੍ਹਾ ਸਮਝੋ, ਮੈਂ ਤੈਨੂੰ ਦੱਸ ਤੇਰੇ ਨਾਂ ਲਵਾ ਦੇਣਾ। ਇਹਨੇ ਫਿਰ ਦੂਣ ਦਾ ਇਲਾਕਾ ਪਸੰਦ ਕੀਤਾ, ਦੂਣ ਦਾ, ਉਹ ਦੂਣ ਦਾ ਇਲਾਕਾ ਪਸੰਦ ਕੀਤਾ। ਉੱਥੇ ਫਿਰ ਰਿਹਾ, ਉੱਥੇ ਹੀ ਇਹਦਾ ਦੇਹਾਂਤ ਹੋਇਆ। ਔਰ ਬੈਠੇ ਹੋਏ ਨੂੰ ਹੀ ਉਹਨਾਂ ਇਹਦੇ ਕਰਮਚਾਰੀਆਂ ਨੇ, ਇਹਦੇ ਸੇਵਾਦਾਰਾਂ ਨੇ, ਮਸੰਦਾਂ ਨੇ ਜਿਉਂਦੇ ਨੂੰ ਫੂਕ ਦਿੱਤਾ ਸੀ। ਉੱਥੇ ਦਾ ਦਿਓਰਾ ਬਣਿਆ। ਉਹ ਦਿਓਰਾ ਮੈਂ ਵੇਖਿਆ ਜਿਵੇਂ ਮੁਸਲਮਾਨਾਂ ਦੇ ਬਣੇ ਹੁੰਦੇ ਨਾ ਮਸੀਤਾਂ, ਇਸ ਤਰ੍ਹਾਂ ਦਾ ਗੁੰਬਦ ਜਿਹਾ ਉਹਦਾ ਬਣਿਆ ਹੋਇਆ ਪੁਰਾਣੇ ਹਿਸਾਬ ਦਾ, ਤੇ ਉਹ ਦਿਓਰਾ ਦਾ ਬਣਿਆ ਹੋਇਆ। ਤੇ ਦੂਣ ਦਾ ਇਲਾਕਾ ਸੀ, ਦੇਹਰਾ ਨਾਮ ਦੇ ਨਾਮ ਇਹਦਾ ਬਣ ਗਿਆ ਰਾਮ ਰਾਏ ਦਾ। ਉਹ ਸ਼ਹਿਰ ਹੀ ਹੁਣ ਦੇਹਰਾਦੂਨ ਸਾਰਾ ਉਹ ਵੱਜਦਾ, ਸਾਰੇ ਜਾਣਦੇ ਹੈ। ਸੋ ਇਉਂ ਕਰਕੇ ਧੰਨ ਗੁਰੂ ਹਰਿਰਾਏ ਸਾਹਿਬ ਨੇ ਸਾਰੀ ਉਮਰ ਮੱਥੇ ਨਹੀਂ ਸੀ ਲਾਇਆ। ਇਹ ਬਚਨ ਛੋਟਾ ਜਿਹਾ ਸਮਾਂ ਬੇਨਤੀ ਕਰਦਾ, ਪਤਾ ਨਹੀਂ ਸਮਾਂ ਜੇ ਮੇਰਾ ਹੋ ਗਿਆ ਹੋਣਾ ਸ਼ਾਇਦ। ਸੋ ਕੋ ਹੋਰ ਟਾਈਮ ਹੈਗਾ ਮੇਰਾ ਕਿ ਸਮਾਪਤੀ ਕਰ ਦਈਏ ਜੀ? 5-7 ਮਿੰਟ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਪਾਕ ਪਟਨ ਗਏ ਨਾ, ਉੱਥੇ ਭਗਤ ਫਰੀਦ ਸਾਹਿਬ ਦੀ ਗੱਦੀ ਤੀਸਰਾ ਜਾਨ ਚੇਨ ਹੈ, ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਤੀਸਰਾ ਭਗਤ ਫਰੀਦ ਹੈ, ਸ਼ੇਖ ਬ੍ਰਹਮ ਵੀ ਕਿਹਾ ਜਾਂਦਾ ਹੈ। ਸਤਿਗੁਰੂ ਜੀ ਦੇ ਨਾਲ ਇਹਨਾਂ ਦੀ ਗੋਸ਼ਟ ਚਰਚਾ ਹੋਈ ਕਈ ਵਾਰ। ਜਿਵੇਂ ਰਾਮਚੰਦਰ ਜੀ ਦੇ ਸਹੁਰਾ ਸਾਹਿਬ ਸਨ, ਉਹ ਜਨਕ ਵਿਦੇਹੀ ਤੇ 53ਵੇਂ ਜਨਕ ਸੀ, ਕਿ 53ਵੇਂ ਜਨਕ ਉਸ ਗੱਦੀ ਦੇ। ਸਤਿਗੁਰੂ ਬਗਦਾਦ ਵਿੱਚ ਗਏ ਸੀ ਗੁਰੂ ਨਾਨਕ ਸਾਹਿਬ, ਉੱਥੋਂ ਦਾ ਪੀਰ ਸੀ ਦਸਤਗੀਰ, ਉਹ 14ਵਾਂ ਦਸਤਗੀਰ ਪੀਰ ਸੀ, 14ਵਾਂ ਦਸਤਗੀਰ ਹੈ। ਇਹ ਤੀਸਰਾ ਸ਼ੇਖ ਫਰੀਦ ਦੀ ਗੱਦੀ ਦਾ ਵਾਰਸ ਸੀ। ਧੰਨ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਪਹੁੰਚੇ ਬੜੀ ਗੋਸ਼ਟ ਚਰਚਾ ਹੋਈ। ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਜਿਹੜੇ 9 ਸ਼ਲੋਕ ਨੇ ਨਾ, ਸਤਿਗੁਰੂ ਨਾਨਕ ਸਾਹਿਬ ਜੀ ਨੇ ਭਾਈ ਭਗਤ ਫਰੀਦ ਸਾਹਿਬ ਨਾਲ ਗੋਸ਼ਟ ਚਰਚਾ ਕਰਦਿਆਂ ਹੋਇਆਂ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ 9 ਸ਼ਬਦ ਉਹਦੇ ਪਰਤਾਏ ਫਰਮਾਏ ਨੇ। ਤੇ ਫਰੀਦ ਸਾਹਿਬ ਨੇ ਕਿਹਾ ਸੀ ਮਹਾਰਾਜ ਸਾਡਾ ਧਰਮ ਵੇਖੋ ਕਿਆ ਸੋਹਣਾ ਹੈ। ਆ ਹਿੰਦੂ ਪਹਿਲੇ ਤਾਂ ਇੱਥੇ ਸੜਦੇ ਰਹਿੰਦੇ ਨੇ, ਮੁਰਦਾ ਸੜਦਾ ਰਹਿੰਦਾ, ਫਿਰ ਅੱਗੇ ਮਹਾਰਾਜ ਦੋਜਕਾਂ ਦੀ ਅੱਗ ਵਿੱਚ ਸੜਦਾ ਹੈ। ਅਸੀਂ ਨਾ ਇੱਥੇ ਸਾੜੀਏ ਤੇ ਨਾ ਦੋਜਕਾਂ ਦੀ ਅੱਗ 'ਚ ਮੁਸਲਮਾਨ ਨੂੰ ਸੜਨਾ ਨਹੀਂ ਪੈਂਦਾ। ਸਤਿਗੁਰੂ ਕਹਿਣਗੇ ਨੇ ਇਉਂ ਨਾ ਫਰੀਦ ਸਾਹਿਬ ਕਹੋ, ਇਹ ਕੁਦਰਤ ਦਾ ਨਿਯਮ ਹੈ, ਸੜਨਾ ਤਾਂ ਸਾਰਿਆਂ ਨੂੰ ਪੈਂਦਾ ਹੈ। ਮਹਾਰਾਜ ਦੱਸੋ ਕਿਵੇਂ ਸੜਨਾ ਪੈਂਦਾ। ਹਜੂਰ ਨੇ ਬਚਨ ਫਿਰ ਫਰਮਾਏ ਸੀ, ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ ਹੈ। ਜਿਹੜੀ ਮੁਸਲਮਾਨ ਦੀ ਕਬਰ ਦੀ ਮਿੱਟੀ ਹੁੰਦੀ ਨਾ, ਉਹ ਜਿੱਥੇ ਮੁਰਦੇ ਦਫਨਾਏ ਹੁੰਦੇ ਨੇ, ਮਿੱਟੀ ਚੀਕਣੀ ਹੋ ਜਾਂਦੀ ਹੈ, ਚੀਕਣੇ ਤੇ ਚੀਕਣੀ ਮਿੱਟੀ ਘੁਮਿਆਰ ਨੂੰ
ਘਰੇ ਬਣਾਉਣ ਵਾਸਤੇ, ਤੌੜੀਆਂ ਭਾਂਡੇ ਬਣਾਉਣ ਵਾਸਤੇ, ਇੱਟਾਂ ਬਣਾਉਣ ਵਾਸਤੇ ਚਾਹੀਦੀ ਹੁੰਦੀ ਹੈ। ਉਹ ਫਿਰ ਖਾਲਸਾ ਜੋ ਕਵਰਾਂ ਲੱਭਦਾ ਫਿਰਦਾ ਚੀਕਣੀ ਮਿੱਟੀ ਚਕਨੱਤ ਵਾਲੀ, ਉਹ ਫਿਰ ਲਿਆ ਕੇ ਮਿੱਟੀ ਪੁੱਟ ਕੇ ਤੇ ਉਹਨੂੰ ਗੋ ਕੇ ਪਾਣੀ ਵਿੱਚ ਪਾ ਕੇ ਫਿਰ ਇੱਟਾਂ ਬਣਾਉਂਦਾ ਹੈ, ਫਿਰ ਭਾਂਡੇ ਮਿੱਟੀ ਦੇ ਬਣਾਉਂਦਾ ਹੈ। ਜਦੋਂ ਅੱਗ ਵਿੱਚ ਰੱਖਦਾ ਨਾ, ਸਤਿਗੁਰੂ ਕਹਿਣਗੇ ਫਿਰ ਸੜਦੀ ਹੋਈ ਸੂੰ ਸੂੰ ਕਰਦੀ ਹੈ, ਮਿੱਟੀ ਤਾਂ ਸੜਨਾ ਹੀ ਪੈਂਦਾ ਹੈ। ਪੇੜ ਹੈ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਹਜੂਰ ਨੇ ਇਹ ਖਾਲਸਾ ਜੀ ਨਿਹਾਲ ਕੀਤਾ ਸੀ। ਪਹਿਲੇ 9 ਸ਼ਬਦ ਫਰਮਾਏ ਸੀ। 10ਵਾਂ ਸ਼ਲੋਕ ਜਿਹੜਾ ਨਾ ਸਤਿਗੁਰੂ ਦਾ ਸਿੱਖ ਬਣਿਆ ਸੀ ਰਾਏ ਬੁਲਾਰ। ਸਤਿਗੁਰੂ ਨੂੰ ਲੰਮਾ ਸਮਾਂ ਹੋ ਗਿਆ ਸੀ ਗਿਆ ਨੂੰ, ਯਾਦ ਕਰਦਾ ਕਦੋਂ ਆਉਣਗੇ ਗੁਰੂ ਨਾਨਕ, ਕਦੋਂ ਆਉਣਗੇ ਗੁਰੂ ਨਾਨਕ। ਪਾਤਸ਼ਾਹ ਆਓ ਮੇਰੇ ਘਰੇ ਆਓ, ਲੰਗਰ ਛਕੋ ਚਰਨ ਪਾਓ। ਦਿਲਾਂ ਦੀ ਜਾਣਨ ਹਾਰੇ ਚੋਜੀ ਪ੍ਰੀਤਮ ਪਾਗ ਪਟਣ ਤੋਂ ਆਏ, ਆਪਣੇ ਘਰ ਨਹੀਂ ਗਏ। ਖਾਲਸਾ ਜੀ ਉਸ ਵੇਲੇ ਉਹਦੇ ਘਰ ਪਹੁੰਚੇ ਗੁਰੂ ਨਾਨਕ ਸਾਹਿਬ ਰਾਏ ਬੁਲਾਰ ਦੇ। ਹਜੂਰ ਨੂੰ ਪਲੰਘੇ ਤੇ ਬਿਠਾਇਆ ਤੇ ਮੁਬਾਰਕ ਚਰਨ ਧੋਤੇ, ਲੰਗਰ ਛਕਾਇਆ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਬੜਾ ਕੁਝ ਪ੍ਰਮਾਤਮਾ ਨੇ ਦਿੱਤਾ ਹੋਇਆ, ਮਨ ਦਾ ਖਿਆਲ ਫੁਰਨੇ ਮਿਟਦੇ ਨਹੀਂ। ਉਸ ਵੇਲੇ ਹਜੂਰ ਨੇ ਵਿਰਾਗਮਈ ਸਿੱਖਿਆ ਦਾ 10ਵਾਂ ਸ਼ਲੋਕ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹ ਸਿੱਖਿਆ ਦੇ ਕੇ ਨਿਹਾਲ ਕੀਤਾ ਸੀ। ਲੇਕਿਨ ਰਹੋ ਵਿਚਾਰ 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਔਰ ਕੀਰਤਪੁਰ ਸਾਹਿਬ ਬੰਗਲੇ ਵਿੱਚ ਬਿਰਾਜਮਾਨ ਸੀ। ਸੰਗਤ ਕੀਰਤਨ ਕਰਦੀ ਆ ਰਹੀ ਹੈ। ਏਡੀ ਕਾਹਲੀ ਨਾਲ ਉੱਠੇ ਜਦੋਂ ਕੰਨੀ ਧੁਰ ਕੀ ਬਾਣੀ ਦੀ ਆਵਾਜ਼ ਪਈ, ਗੋਡਾ ਹੀ ਨਾਲ ਜਾ ਵੱਜਾ, ਖੂਨ ਵਗਣ ਲੱਗ ਪਿਆ। ਸਿੱਖਾਂ ਨੂੰ ਪਤਾ ਲੱਗਾ ਮਹਾਰਾਜ ਤੁਹਾਡੀ ਬਾਣੀ ਹੈ, ਇੰਨੀ ਕਾਹਲ ਕਿਉਂ ਕੀਤੀ, ਗੋਡੇ ਤੇ ਸੱਟ ਲਵਾ ਲਈ ਹੈ। ਸਤਿਗੁਰੂ ਹਰਿਰਾਏ ਸਾਹਿਬ ਨੇ ਜੋ ਬਚਨ ਕਹੇ ਹੈਰਾਨ ਕਰ ਦੇਣ ਵਾਲੇ ਸੀ। ਕਿਹਾ ਸੰਗਤ ਜੀ ਜਿਨ ਪਹਿ ਅਦਬ ਨਾ ਬਾਣੀ ਧਾਰਾ, ਜਾਣ ਹੋ ਸੋ ਨਹਿ ਸਿੱਖ ਹਮਾਰਾ। ਜਿਹਨੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਨਹੀਂ ਕਰਨਾ, ਉਹਦੇ ਨਾਲ ਸਾਡਾ ਕੀ ਰਿਸ਼ਤਾ ਸੰਬੰਧ ਹੈ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਹਰਿਰਾਏ ਸਾਹਿਬ ਛੋਟੇ ਸਾਹਿਬਜ਼ਾਦੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕਰਕੇ 1718 ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਹਜੂਰ ਸੱਚੇ ਪਾਤਸ਼ਾਹ ਜੋਤੀ ਜੋਰ ਸਮਾਏ। ਉਹਨਾਂ ਸਤਿਗੁਰਾਂ ਦਾ ਗੁਰਪੁਰਬ ਵੀ ਖਾਲਸਾ ਜੀ ਇਹਨਾਂ ਦਿਨਾਂ 'ਚ ਆਪਾਂ ਮਨਾ ਰਹੇ ਹਾਂ। ਮੈਂ ਤਾਂ ਬੇਨਤੀਆਂ ਕੀਤੀਆਂ ਭਗਤ ਰਵਿਦਾਸ ਸਾਹਿਬ ਜੀ, ਉਹਨਾਂ ਗੁਰੂ ਕੇ ਪਿਆਰੇ ਰੋਡੀ ਮਹਾਂਪੁਰਖਾਂ ਦੇ ਨਗਰ ਰੋਡੇ ਨਗਰ, ਉੱਥੇ ਕਥਾ ਚੱਲਦੀ ਹੈ। ਸੋ ਲੜੀਵਾਰ ਭਗਤ ਰਵਿਦਾਸ ਜੀ ਦੇ ਪਵਿੱਤਰ ਬਚਨ, ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ। ਇਹ 2 ਸ਼ਬਦਾਂ ਦੀ ਕਥਾ ਉੱਥੇ ਕਰਕੇ ਹੁਣ ਇੱਧਰ ਨੂੰ ਆਏ ਹਾਂ ਤੁਹਾਡੇ ਵੱਲੇ। ਸੋ ਐਸੇ ਪਰਉਪਕਾਰੀ ਰੱਬ ਦੇ ਪਿਆਰੇ, ਕੋਈ ਮੋਹ ਮਮਤਾ, ਕੋਈ ਪਦਾਰਥਾਂ ਦੀ ਇੱਛਾ ਭਗਤ ਰਵਿਦਾਸ ਜੀ ਦੇ ਮਨ 'ਚ ਰਹੀ ਕੋਈ ਨਹੀਂ। ਔਰ ਨਿਰੋਲ ਵਾਹਿਗੁਰੂ ਪਰਮੇਸ਼ਰ ਨੂੰ ਸਮਰਪਿਤ ਹੋਏ ਹੋਏ ਗੁਰੂ ਕੇ ਪਿਆਰੇ ਭਗਤ ਜਨ। ਤਾਂ ਹੀ ਭਗਤਾਂ ਨੇ, ਭਗਤ ਧੰਨਾ ਜੀ ਨੇ ਕਿਹਾ ਸੀ, ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਐਸੇ ਰੱਬ ਦੇ ਪਿਆਰੇ ਸੀ। ਇੱਕ ਵਾਰ ਨਾ ਛੋਟੀ ਜਿਹੀ ਬੇਨਤੀ ਕਰਕੇ ਫਤਿਹ ਬੁਲਾਉਣੀ ਹੈ। ਭਗਤ ਜੀ ਬੈਠੇ ਹੋਏ ਜੋੜੇ ਗੰਢਿਆ ਕਰਦੇ ਸਨ। ਪਰਮੇਸ਼ਰ ਬਿਰਧ ਦਾ ਰੂਪ ਧਾਰ ਕੇ ਪਰਖ ਕਰਨ ਵਾਸਤੇ ਆ ਗਏ। ਜਦੋਂ ਆਏ, ਆ ਕੇ ਖਾਲਸਾ ਜੀ ਕਹਿਣ ਲੱਗੇ ਆਉਰੇ ਕਰ ਭਗਤ ਆਰੰਭੀ ਤੇ ਆਰ, ਜਿਹਦੇ ਨਾਲ ਜੋੜੇ ਗੰਢੀ ਦੇ ਨੇ, ਉਹ ਪਾਰਸ ਦੀ ਵੱਟੀ ਛੁਹਾਈ ਤੇ ਉਹ ਸੋਨੇ ਦੇ ਬਣ ਗਏ। ਕਹਿਣ ਲੱਗਿਆ ਪਾਰਸ ਦੀ ਵੱਟੀ ਕੋਲ ਰੱਖ ਲਾ, ਜਿੰਨਾ ਮਰਜ਼ੀ ਸੋਨਾ ਬਣਾਈ ਗਰੀਬੀ ਦੂਰ ਹੋ ਜਾਵੇਗੀ। ਕਹਿਣ ਲੱਗੇ ਮਹਾਰਾਜ ਮੇਰੇ ਕਿਸ ਕੰਮ, ਇਹ ਤਾਂ ਸਾਡੇ ਵਰਗਾ ਹੁੰਦਾ ਤੇ ਲੋਹੇ ਵਾਲੀ ਦੁਕਾਨ ਤੇ ਝੱਟ ਪਹੁੰਚ ਜਾਂਦਾ ਹੈ। ਕਿਹਾ ਮੇਰੇ ਕਿਸ ਕੰਮ ਹੈ, ਆਪਣੀ ਮਾਨਤ ਨਾ ਆਪਣੇ ਕੋਲ ਹੀ ਰੱਖੋ। ਨਹੀਂ ਰਵਿਦਾਸ ਰੱਖ ਲੈ। ਕਹਿਣ ਲੱਗੇ ਮਹਾਰਾਜ ਮੈਂ ਤੁਹਾਨੂੰ ਬੇਨਤੀ ਕੀਤੀ, ਮੈਨੂੰ ਨਹੀਂ ਇਹ ਚਾਹੀਦੀ ਵਸਤੂ। ਦੂਜੀ ਵਾਰ ਆਖਿਆ, ਕਹਿਣ ਲੱਗੇ ਮਹਾਰਾਜ ਛੰਨ ਦੇ ਕਿਸੇ ਖੂੰਜੇ 'ਚ ਆਪ ਹੀ ਰੱਖ ਜਾਓ, ਜਦੋਂ ਮਰਜ਼ੀ ਆਪੇ ਲੈ ਜਾਇਓ। ਹਫ਼ਤਾ ਕੁ ਹੋਇਆ ਤੇ ਫਿਰ ਆ ਕੇ ਬਿਰਧ ਦਾ ਰੂਪ ਧਾਰਿਆ ਹੋਇਆ। ਰਵਿਦਾਸ ਜੋੜੇ ਨਹੀਂ ਗੰਢਦਾ। ਉਹਨੇ ਆਖਿਆ ਮਹਾਰਾਜ ਕਦੇ ਸੋਨੇ ਦੀਆਂ ਰੰਬੀਆਂ ਤੇ ਸੋਨੇ ਦੀਆਂ ਆਰਾਂ ਨਾਲ ਕੋਈ ਮੋਚੀ ਕੋਈ ਜੋੜੇ ਗੰਢਦਾ ਵੇਖਿਆ? ਸੋਨੇ ਦੀਆਂ ਆਰਾਂ ਸੋਨੇ ਦੀਆਂ ਰੰਬੇ ਨਾਲ ਕਦੇ ਨਹੀਂ ਗੰਢੇ ਜਾ ਸਕਦੇ। ਉਸ ਵੇਲੇ ਬਚਨ ਫਰਮਾਏ, ਸੋਠ ਦੀ ਭਗਤ ਬਾਣੀ ਦਾ ਬਚਨ ਹੈ, ਚਮਰਟਾ ਗਾਂਠ ਨਾ ਜਾਣਈ ਲੋਕ ਗਠਾਵੇ ਪਨ ਹੀ, ਆਰ ਨਹੀਂ ਜੇ ਤੋ ਪਾਉ ਨਹੀਂ ਰਾਂਬੀ ਠਾਉ ਰੋਪੋ, ਲੋਕ ਗੰਠ ਗੰਠ ਖਰਾ ਬੇਗੂਚਾ ਹਉ ਬਿਨ ਗਾਂਠੇ ਜਾਏ ਪਹੂਚਾ, ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਓ ਨਾਹੀ ਕੰਮ।
40 शब्द ऐसे विराग दे देण वाले गुरु ग्रंथ साहब दे अंदर उन्हां भगतां दे ने। भाई गुरदास साहब जी ने भगत रत्नावली लिखी, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਤੋਂ ਟੋਹਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਹਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ ਰਵਿਦਾਸੈ ਗੰਗਾ ਦੀ ਭੇਟਾ, ਲੱਗਾ ਪੁਰਬ ਅਭੀਚ ਦਾ ਡਿੱਠਾ ਚਲਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਨਾ ਹਾਰ ਮਾਂ ਪਿਓ ਬੇਟਾ। ਐਸੇ ਗੁਰੂ ਕੇ ਪਿਆਰੇ ਭਗਤ ਜਨ ਹੋਏ ਨੇ, ਉਹਨਾਂ ਦੀਆਂ ਯਾਦਾਂ ਵੀ ਆਪਾਂ ਮਨਾ ਰਹੇ ਹਾਂ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਦਿਹਾੜਾ, 550 ਸਾਲਾ ਦੀਨ ਦੁਨੀਆ ਦੇ ਵਾਲੀ ਧਰਮੀ ਪਿਤਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੇ। ਐਸੇ ਗਰੀਬ ਨਵਾਜ ਜਿਨ੍ਹਾਂ ਦੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਰ ਦਰਸ ਦਿਖਾਏ ਹੈ। ਐਸੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਸੋ ਖਾਲਸਾ ਜੀ, ਪਿਛਲੇ ਕਈ ਸਾਲਾਂ ਤੋਂ ਨੌਜਵਾਨ ਵੀਰ ਪ੍ਰਧਾਨ ਸਾਹਿਬ ਸਾਰੇ ਸੰਗਤਾਂ ਸਹਿਯੋਗ ਨਾਲ, ਨਗਰ ਨਿਵਾਸੀ ਇਲਾਕਾ ਨਿਵਾਸੀ, ਸੋ ਬੜੀ ਚੜ੍ਹਦੀ ਕਲਾ ਨਾਲ ਇਹ ਦਿਹਾੜੇ ਤੇ ਤੁਸੀਂ ਇਕੱਤਰਤ ਹੁੰਦੇ ਹੋ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ, ਇਸੇ ਤਰ੍ਹਾਂ ਗੁਰਮਤਿ ਦੇ ਦੀਵਾਨ ਲੱਗਦੇ ਰਹਿਣ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਚਰਨਾਂ ਨਾਲ ਜੁੜ ਸਕੀਏ। ਬੜੀਆਂ ਹਨੇਰੀਆਂ ਝੁਲਦੀਆਂ, ਬੜੇ ਝੱਖੜ ਝੁੱਲ ਰਹੇ ਨੇ, ਬਚ ਜਾਓ ਗੁਰੂ ਨਾਨਕ ਦੇ ਸਿੱਖੋ, ਬਚ ਜਾਈਏ। ਸ਼ਰਧਾ ਭਾਵਨਾ ਆਪਣੇ ਸਤਿਗੁਰੂ ਦੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੈ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਲਿਹਾਰ ਜਾਈਏ, ਦਾਤੇ ਤੋਂ ਸਭ ਜੀਵਾਂ ਦੀ ਕਲਿਆਣ ਕਰ ਰਹੇ ਨੇ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਸੋ ਬੇਅੰਤ ਭੁੱਲਾਂ ਹੋਈਆਂ ਨੇ ਬੋਲਦਿਆਂ, ਭੁੱਲਾਂ ਨੂੰ ਕਦੇ ਨਾ ਚਿਤਾਰਨਾ, ਦਿਲ ਦੀ ਗਹਿਰਾਈ ਵਿੱਚੋਂ ਸ਼ੁਭ ਅਸੀਸ ਬਖਸ਼ੋਗੇ। ਫਿਰ ਸਤਿਗੁਰੂ ਕਰੇ ਸਮਾਂ ਲਿਆਵੇਗਾ, ਗੁਰਸਿੱਖਾਂ ਦੇ, ਤੁਹਾਡੇ ਜੈਸੇ ਗੁਰਸਿੱਖਾਂ ਦੇ ਦਰਸ਼ਨ ਦਿਦਾਰੇ, ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਿਤਾ ਜੀ ਦੇ ਦਰਸ਼ਨ ਦਿਦਾਰੇ ਹੋਣਗੇ। ਉਹਨੇ ਸਮੇਂ ਵਾਸਤੇ ਸੋ ਖਾਲਸਾ ਜੀ, ਐਸੇ ਸਤਿਗੁਰੂ ਮੈਨੂੰ ਨਾ ਪਹਿਲਾਂ ਇਸ਼ਾਰਾ ਕਰਨਾ, ਹੁਣ ਜਦੋਂ ਸਾਰੀ ਲੜੀ ਬੰਦ ਕਰ ਦਈਏ ਨਾ, ਫਿਰ ਨਵੇਂ ਸਿਰੋਂ ਕੰਮ ਸ਼ੁਰੂ ਕਰਨਾ ਪੈਂਦਾ। ਚਲੋ ਕੋਈ ਨਹੀਂ, ਕਰਦੇ ਹੁਣ ਜਾਵਾ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸੋ ਖਾਲਸਾ ਜੀ, ਐਸੇ ਗਰੀਬ ਨਵਾਜ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਸਭ ਸੰਸਾਰ ਨੂੰ ਤਾਰਨ ਵਾਲੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਸੋ ਸਤਿਗੁਰੂ ਗਰੀਬ ਨਵਾਜ ਜੀ ਦਾ ਸੋ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਜੋਤੀ ਸਰੂਪ ਹੈ, ਤੇ ਪਿਆਰੇ ਭਗਤ ਜਨ ਜਿਨ੍ਹਾਂ ਦੀ ਅੰਮ੍ਰਿਤਮਈ ਰਸਨਾ ਤੋਂ ਨਿਕਲੇ ਹੋਏ ਪਵਿੱਤਰ ਬਚਨ ਹੈ। ਆ ਭਗਤ ਰਵਿਦਾਸ ਜੀ ਬਾਰੇ ਮੈਂ ਹੁਣੇ ਬੇਨਤੀ ਕਰ ਰਿਹਾ ਸਾਂ। ਇੰਨੇ ਖਾਲਸਾ ਜੀ ਜੀਵਨ ਵਾਲੇ ਚੜ੍ਹਦੀ ਕਲਾ ਵਾਲੇ ਗੁਰੂ ਕੇ ਪਿਆਰੇ ਭਗਤ ਜਨ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ। ਕਾਂਸ਼ੀਪੁਰੀ ਕਹਿੰਦੇ ਸੀ ਨੀਵੀਂ ਜਾਤ ਦੇ ਮਰੇ ਹੋਏ ਪਸ਼ੂ ਢੋਣ ਦਾ ਕੰਮ ਕਰਦੇ ਨੇ। ਆਪ ਹੀ ਕਿਹਾ ਸੀ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ। ਸੋ ਇਸੇ ਤਰ੍ਹਾਂ ਖਾਲਸਾ ਜੀ ਫਿਰ ਇਹ ਵੀ ਬਚਨ ਕਹੇ ਸੀ, ਕਹਿਣ ਲੱਗੇ ਮੈਂ ਭਾਵੇਂ ਨੀਚ ਕੁਲ ਵਿੱਚ ਮੈਨੂੰ ਪੈਦਾ ਹੋਇਆ ਸਮਝਦੇ ਹਨ, ਵਾਹਿਗੁਰੂ ਦੀ ਮੈਂ ਭਗਤੀ ਕਰ ਰਿਹਾ ਹਾਂ। ਭਗਤੀ ਕਰਨ ਵਾਲਿਆਂ ਦੇ ਚਰਨਾਂ ਤੇ ਸਾਰਾ ਸਮਾਜ ਹੀ ਝੁਕਿਆ। ਕਾਂਸ਼ੀ ਦੇ ਵੱਡੇ ਵੱਡੇ ਧਨਾੜ ਵੀ ਉੱਥੇ ਰਹਿੰਦੇ ਸੀ, ਵੱਡੇ ਵੱਡੇ ਬਾਦਸ਼ਾਹ ਵੀ ਰਹਿੰਦੇ ਸੀ, ਵੱਡੇ ਵੱਡੇ ਅਮੀਰ ਜਾਦੇ ਵੀ ਉੱਥੇ ਪਲੇ ਜਵਾਨ ਹੋਏ ਮਰ ਮੁੱਕ ਗਏ, ਕੋਈ ਨਹੀਂ ਕਿਸੇ ਨੂੰ ਜਾਣਦਾ। ਜਿਹੜੇ ਗੁਰੂ ਕੇ ਪਿਆਰੇ ਦੋ ਭਗਤ ਹੋਏ ਨਾ, ਦੋ ਭਗਤ ਹੈ, ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬ ਜੀ। ਸਾਰੀ ਦੁਨੀਆ ਉਹਨਾਂ ਨੂੰ ਖਾਲਸਾ ਜੀ ਜਾਣਦੀ ਹੈ। ਉਹਨਾਂ ਕੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰੈ। ਸਾਰੀ ਦੁਨੀਆ 'ਚੋਂ ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਖਾਲਸਾ ਜੀ ਪਰਮੇਸ਼ਰ ਦੇ ਪਿਆਰਿਆਂ ਦੇ। ਐਸੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਮਾਲਕ ਮੇਰੀ ਇੱਕੋ ਹੀ ਅਰਦਾਸ ਬੇਨਤੀ ਹੈ। ਭਗਤ ਰਵਿਦਾਸ ਜੀ ਦਾ ਬਚਨ ਹੈ, ਚਿੱਤ ਸਿਮਰਨ ਕਰੋ ਨੈਣ ਅਵਿਲੋਕਨੋ, ਸ਼ਰਵਨ ਬਾਣੀ ਸੁਜਸ ਪੂਰ ਰਾਖੋ, ਮਨ ਸੁਮਧ ਕਰ ਕਰੋ, ਚਰਨ ਹਿਰਦੇ ਧਰੋ, ਰਸਨ
ਅੰਮ੍ਰਿਤ ਰਾਮ ਨਾਮ ਭਾਖੋਂ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ। ਭਾਵ ਬਿਨ ਭਗਤ ਨਹੀਂ ਹੋਏ ਤੇਰੇ, ਕਹੇ ਰਵਿਦਾਸ ਇੱਕ ਬੇਨਤੀ ਹਰਿ ਸਿਉ। ਪੈਜ ਰਾਖਾ ਹੋ ਰਾਜਾ ਰਾਮ ਮੇਰੇ, ਹੇ ਮੇਰੇ ਮਾਲਕ ਮੇਰੇ ਤੇ ਕਿਰਪਾ ਕਰ। ਐਸੀ ਰਹਿਮਤ ਐਸੀ ਮੇਰੇ ਤੇ ਕਿਰਪਾ ਕਰ, ਚਿੱਤ ਸਿਮਰਨ ਕਰਾਂ। ਮੈਂ ਚਿੱਤ ਦੀ ਇਕਾਗਰਤਾ ਨਾਲ ਨਾ ਤੁਹਾਡਾ ਸਿਮਰਨ ਕਰਦਾ ਰਵਾਂ। ਸਿਮਰਨ ਚਿੱਤ ਸਿਮਰਨ ਕਰਾਂ, ਨੈ ਨਹੀਂ ਅਵਲੋਕਨੋ, ਇਹਨਾਂ ਦੀਦਿਆਂ ਨਾਲ ਅੱਖਾਂ ਨਾਲ ਹਰ ਵੇਲੇ ਤੇਰੇ ਦਰਸ਼ਨ ਦੀਦਾਰ ਹੁੰਦੇ ਰਹਿਣ। ਨੈ ਨਹੀਂ ਅਵਲੋਕਨੋ, ਸ਼ਰਵਣ ਬਾਣੀ ਸੁਜਸ ਪੂਰ ਰਾਖਾਂ। ਤੇ ਜਿਹੜੇ ਕੰਨ ਦਿੱਤੇ ਹੋਏ ਨਾ ਮਾਲਕ, ਤੇਰਾ ਸ੍ਰੇਸ਼ਟ ਜਸ ਤੇਰੀ ਬਾਣੀ, ਇਹ ਕੰਨਾਂ ਨੂੰ ਮੈਂ ਭਰ ਕੇ ਰੱਖਾਂ ਤੁਰ ਕੀ ਬਾਣੀ ਦੇ ਨਾਲ। ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਸਾਂਝਾ ਕਰਾਂ। ਉਹਨਾਂ ਕਿਹਾ ਸੀ, ਹੇ ਮੇਰੇ ਵਾਹਿਗੁਰੂ ਨਿਰੰਕਾਰ, ਮੇਰੀ ਇੱਕ ਬੇਨਤੀ ਹੈ। ਮੇਰੇ ਮੋਹਣ ਪਿਆਰੇ ਪਰਮੇਸ਼ਰ, ਆ ਜਿਹੜੇ ਸਾਗਤ ਪੁਰਸ਼ਾਂ ਦੇ ਗਾਏ ਹੋਏ ਬਿਸੁਰੇ ਜੇ ਕੰਨ ਤੇ ਹੱਥ ਰੱਖ ਲੈਂਦੇ ਨੇ, ਛੇਕਾਂ ਜੀਆਂ ਲਾਉਂਦੇ ਤੇ ਅਸੀਂ ਰੂੜੀਆਂ ਤੇ ਚੜ੍ਹ ਚੜ੍ਹ ਵੇਖਦੇ ਐ, ਗਾਉਣ ਵਾਲੀ ਆਈ ਹੈ, ਗਾਉਣ ਵਾਲਾ ਆਇਆ ਹੈ। ਗੁਰੂ ਘਰ ਦੇ ਕੀਰਤਨੀਆਂ ਨੂੰ ਤਾਂ ਅਸੀਂ ਘੱਟ ਹੀ ਵੇਖਣ ਦੀ ਲੋੜ ਪੈਂਦੀ ਹੈ, ਇਹਨਾਂ ਦੇ ਤਾਂ ਸਾਜ਼ ਵੀ ਚੁੱਕਣ ਦੀ ਲੋੜ ਨਹੀਂ ਪੈਂਦੀ, ਤੇ ਉਹਨਾਂ ਦੀ ਗੱਡੀ ਵੀ ਧੱਕੇ ਲੈ ਆਈਦੀ ਹੈ। ਐਸਾ ਸਾਡਾ ਜ਼ਮਾਨਾ ਆ ਗਿਆ, ਇਹ ਜਗਤ ਦੀ ਭੇਡ ਚਾਲ ਹੈ। ਸੋ ਖਾਲਸਾ ਜੀ, ਗੁਰੂ ਕੇ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ। ਸੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹੈ, ਮੇਰੇ ਮੋਹਨ ਸਰਵਣੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਨ੍ਹਾਂ ਬਚਨਾਂ ਨੂੰ ਸਾਗਤ ਪੁਰਸ਼ਾਂ ਦੇ ਗੀਤਾਂ ਨੂੰ ਬੋਲਣ ਨਾਲ ਸੁਣਨ ਨਾਲ ਜ਼ਿੰਦਗੀ ਅਜਾਈ ਚਲੀ ਜਾਣੀ ਹੈ ਨਾ, ਮੈਂ ਨਹੀਂ ਸੁਣਨਾ ਚਾਹੁੰਦਾ। ਤੇ ਮੇਰੇ ਮੋਹਨ ਪਰਮੇਸ਼ਰ ਮੇਰੇ ਕੰਨੀ ਕਰੇ ਆਵਾਜ਼ ਨਾ ਪੈਣ ਦੇਵੇਂ ਇਹਨਾਂ ਸਾਗਤ ਪੁਰਸ਼ਾਂ ਦੇ ਟੱਪਿਆਂ ਦੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਮਹਾਰਾਜ ਕਿਰਪਾ ਕਰੋ ਸ਼ਰਵਣ ਜਸ ਪੂਰ ਰਾਖਾਂ, ਮਨ ਸਮੁੱਧ ਕਰ ਕਰੋ ਚਰਨ ਹਿਰਦੇ ਧਰਾਂ। ਤੁਹਾਡੇ ਮੁਬਾਰਕ ਚਰਨਾਂ ਨੂੰ ਹਿਰਦੇ 'ਚ ਟਿਕਾ ਕੇ ਰੱਖਾਂ, ਮਨ ਮੇਰਾ ਭੌਰਾ ਬਣ ਜਾਵੇ। ਭੌਰਾ ਫੁੱਲ ਤੇ ਸੁਗੰਧੀ ਵਾਸਤੇ ਗੂੰਜਾਂ ਪਾਉਂਦਾ ਗੂੰਜਾਂ, ਮੈਂ ਹਰ ਵੇਲੇ ਤੇਰੇ ਨਾਮ ਦੀਆਂ ਗੂੰਜਾਂ ਪਾਉਂਦਾ ਰਵਾਂ। ਮਾਲਕਾ ਮੈਨੂੰ ਕਦੇ ਭੁੱਲੀ ਨਾ, ਤੇਰੀ ਯਾਦ ਹਰ ਵੇਲੇ ਬਣੀ ਰਵੇ, ਇਹ ਮੇਰੇ ਤੇ ਕਿਰਪਾ ਕਰੇ। ਸੋ ਸੱਚੇ ਪਾਤਸ਼ਾਹ ਚਰਨ ਹਿਰਦੇ ਤੇ ਰਸਨ ਅੰਮ੍ਰਿਤ ਰਾਮ ਨਾਮ ਭਾਖਾਂ, ਮੈਂ ਰਸਨਾ ਨਾਲ ਅੰਮ੍ਰਿਤ ਸਰੀਖਾ ਜਸ ਹਰ ਵੇਲੇ ਭਾਖੋਂ ਚਾਹੁੰਦਾ ਹੀ ਰਵਾਂ, ਹਰ ਵੇਲੇ ਤੇਰਾ ਜਸ ਮੰਗਦਾ ਰਵਾਂ। ਮਾਲਕ ਇਹ ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਤੇ ਰਹਿਮਤ ਕਰ ਦਿਓ। ਇਹ ਹੈ ਖਾਲਸਾ ਜੀ ਭਗਤ ਰਵਿਦਾਸ ਵਰਗੇ ਗੁਰੂ ਕੇ ਪਿਆਰੇ ਭਗਤ ਜਨ। ਅੱਜ ਵੀ ਬੇਨਤੀ ਕੀਤੀ ਸੀ, ਉੱਥੇ ਬੇਨਤੀ ਕੀਤੀ, ਪਰਮੇਸ਼ਰ ਸਖਿਆਤ ਹੋ ਕੇ ਦਰਸ਼ਨ ਦਿੱਤੇ। ਤਾਂ ਉਸ ਵੇਲੇ ਕਿਹਾ ਸੀ, ਰਵਿਦਾਸ ਤੂੰ ਸਾਨੂੰ ਤੰਗ ਕਰਦਾ, ਤੈਨੂੰ ਮੋਹ ਦੀ ਫਾਈ ਵਿੱਚ ਨਾ ਅਸੀਂ ਦੁਬਾਰਾ ਬੰਨ੍ਹ ਦਿਆਂਗੇ। ਹੱਸਦੇ ਹੋਏ ਹੱਥ ਜੋੜ ਕੇ ਕਿਹਾ, ਸਤਿਗੁਰੂ ਜੀ, ਹੇ ਮੇਰੇ ਵਾਹਿਗੁਰੂ ਨਿਰੰਕਾਰ, ਇਹੋ ਨਾ ਕਰੋ। ਜੇ ਤੁਸੀਂ ਮੋਹ ਦੀ ਫਾਈ 'ਚ ਸਾਨੂੰ ਬੰਨ੍ਹ ਦਿਓਗੇ ਨਾ, ਤੇ ਇੱਕ ਗੱਲ ਯਾਦ ਰੱਖਣੀ, ਤੁਸੀਂ ਤਾਂ ਸਾਨੂੰ ਬੰਨ੍ਹ ਦਿਓਗੇ, ਅਸੀਂ ਤੁਹਾਡਾ ਸਿਮਰਨ ਕਰਕੇ ਛੁੱਟ ਜਾਵਾਂਗੇ। ਭਗਤਾਂ ਨੇ ਪ੍ਰੇਮ ਦੀ ਰੱਸੀ ਨਾਲ ਤੁਹਾਨੂੰ ਬੱਧਾ ਹੋਇਆ ਹੈ, ਤੁਸੀਂ ਦੱਸੋ ਵੀ ਤੁਸੀਂ ਕਿਹਨੂੰ ਯਾਦ ਕਰਕੇ ਛੁੱਟੋਗੇ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ, ਹਮ ਛੂਟੇ ਤੁਮ ਆਰਾਧੇ। ਤੁਸੀਂ ਮਹਾਰਾਜ ਆਪਣੇ ਛੁੱਟਣ ਦਾ ਪ੍ਰਬੰਧ ਕਰੋ, ਅਸੀਂ ਤਾਂ ਰੱਬ ਕਰਕੇ ਛੁੱਟ ਜਾਵਾਂਗੇ। ਤੁਸੀਂ ਕਿਹੜੇ ਰੱਬ ਦਾ ਨਾਮ ਲੈਣਾ, ਤੁਸੀਂ ਕਿਹਨੂੰ ਯਾਦ ਕਰਕੇ ਛੁੱਟੋਗੇ। ਭਗਤ ਰਵਿਦਾਸ, ਤੂੰ ਸਾਨੂੰ ਦੱਸ ਕਿੰਨਾ ਕੁ ਪਿਆਰ ਕਰਦਾ ਭਗਤਾ, ਦੱਸ ਕਿੰਨਾ ਪਿਆਰ ਕਰਦਾ ਹੈ। ਅਗਲੀਆਂ ਤੁਕਾਂ ਵਿੱਚ ਫਰਮਾਇਆ ਭਗਤ ਰਵਿਦਾਸ ਜੀ ਨੇ, ਮਹਾਰਾਜ ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਇੰਨੀ ਮਾਲਕਾ ਤੇਰੇ ਨਾਲ ਮੇਰੀ ਪ੍ਰੀਤ ਦੀ ਸਾਂਝ ਬਣੀ ਹੋਈ ਹੈ। ਪਾਣੀ ਵਿੱਚ ਖੇਡਦੀ ਕਲੋਲਾਂ ਕਰਦੀ ਮੱਛੀ, ਸ਼ਿਕਾਰੀ ਨੇ ਜਾਲ ਲਾਇਆ ਤੇ ਫੜ ਕੇ ਬਾਹਰ ਕੱਢ ਲਏ। ਪਾਣੀ ਤੋਂ ਬਗੈਰ ਵਿਲਕ ਵਿਲਕ ਕੇ ਮੱਛੀ ਦਾ ਮਰਨਾ ਹੋ ਗਿਆ।
ਉਹ ਵਿਚਾਰੀ ਵਿਲਕਦੀ ਮੱਛੀ ਤੜਫ ਤੜਫ ਕੇ ਮੌਤ ਦੇ ਮੂੰਹ 'ਚ ਜਾ ਪਈ। ਘਰ ਲਿਆਂਦੀ ਉਹਦੇ ਕੰਡੇ ਜੇ ਛਿੱਲ ਕੇ ਚੀਰ ਕੇ ਦੁਫਾੜ ਕਰ ਦਿੱਤੇ, ਫਾਂਕਿਓ ਫਾਂਗੜਾਂ ਬਣਾ ਲਤੀਆਂ, ਕੱਟ ਦਿੱਤੇ ਤੇ ਫਿਰ ਕਾਟਿਓ ਛੋਟੀ ਛੋਟੀ ਕੱਟ ਦਿੱਤੇ। ਫਿਰ ਰਾਂਦ ਕੀ ਉਹ ਬਹੁ ਬਾਨੀ ਰਿੰਨੀ ਵਿਚਾਰੀ ਕਈ ਤਰੀਕਿਆਂ ਨਾਲ, ਕੋਈ ਪਾਣੀ ਵਾਲੀ, ਕੋਈ ਤਰੀ ਵਾਲੀ, ਕੋਈ ਸੁੱਕੀ, ਮਸਾਲੇ ਪਾ ਪਾ ਕੇ ਰਿੰਨ ਦਿੱਤੀ, ਬਾਲ ਬਾਲ ਕੇ ਅੱਗ। ਪਰ ਹੇ ਮੇਰੇ ਮਾਲਕ, ਉਹ ਮੱਛੀ ਜਿਹੜੀ ਹੈ ਨਾ, ਜਿਹੜੀ ਸੀ ਫਿਰ ਖੰਡ ਖੰਡ ਕਰ ਭੋਜਨ ਕੀਨਾ, ਟੁਕੜਾ ਟੁਕੜਾ ਹੋ ਗਈ, ਖੰਨੀ ਖੰਨੀ ਹੋ ਗਈ ਵਿਚਾਰੀ, ਦੰਦਾਂ ਤਲੇ ਪਿਸ ਗਈ, ਖਾਧੀ ਗਈ, ਪੇਟ ਵਿੱਚ ਜਾ ਕੇ ਹਜਮ ਹੋ ਗਈ। ਪੋਹ ਦਾ ਮਹੀਨਾ ਸੀ, ਬਾਹਰ ਮੀਂਹ ਪੈ ਰਿਹਾ। ਮੱਛੀ ਖਾਣ ਵਾਲੇ ਨੇ ਘਰ ਵਾਲੀ ਤੋਂ ਪਾਣੀ ਮੰਗਿਆ। ਉਹਨੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ ਤੇ ਥੋੜਾ ਚਿਰ ਅਜੇ ਅੱਧਾ ਪੌਣਾ ਘੰਟਾ ਨਾ ਗੁਜ਼ਰਿਆ, ਕਹਿੰਦਾ ਹੋਰ ਪਾਣੀ ਲਿਆ। ਉਹ ਕਹਿੰਦੇ ਵੀ ਤੂੰ ਛੋਲੇ ਖਾਧੇ ਹੋਏ ਨੇ, ਪਾਣੀ ਪਾਣੀ ਕਰੀ ਜਾਣਾ, ਬਾਹਰ ਮੀਂਹ ਪੈਣ ਡਿਆ, ਉੱਤੋਂ ਪਾਲਾ ਪੈਣ ਡਿਆ। ਕਹਿਣ ਲੱਗਾ ਤੈਨੂੰ ਪਤਾ ਹੋਣਾ ਚਾਹੀਦਾ ਵਾ ਮੱਛੀ ਖਾਧੀ ਹੈ। ਕਿੰਨਾ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ ਮਾਲਕ। ਜਿਵੇਂ ਮੱਛੀ ਮਰੀ ਹੋਈ ਵੀ ਅੰਦਰ ਭੋਜਨ ਬਣ ਕੇ ਵੀ ਫਿਰ ਵੀ ਤਊ ਨਾ ਬਿਸਰਿਓ ਪਾਣੇ। ਮੱਛੀ ਨੂੰ ਪਾਣੀ ਫਿਰ ਵੀ ਨਹੀਂ ਭੁੱਲਾ। ਰਵਿਦਾਸ ਟੁਕੜਾ ਟੁਕੜਾ ਹੋ ਜਾਵੇ ਮੱਛੀ ਦੀ ਤਰ੍ਹਾਂ, ਮਾਲਕ ਤੇਰੀ ਭਗਤੀ ਤੋਂ ਕਦੇ ਪਿੱਛੇ ਨਹੀਂ ਹਟ ਸਕਦਾ। ਇਹ ਹੈ ਖਾਲਸਾ ਜੀ ਪ੍ਰੀਤ ਦੀ ਸਾਂਝ ਹੈ। ਨਹੀਂ ਤੇਰੇ ਤੋਂ ਮਾਲਕਾ ਪਿੱਛੇ ਹਟਿਆ ਜਾ ਸਕਦਾ, ਤੇਰੀ ਬੰਦਗੀ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਮੇਰੀ ਇੱਕੋ ਇੱਕ ਬੇਨਤੀ ਹੈ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਾਮਈਆ ਕਾਰਨੇ, ਕਾਰਨ ਕਵਨ ਅਬੋਲ। ਬਹੁਤ ਜਨਮ ਵਿਛਰੇ ਥੇ ਮਾਧਾਨ, ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਲੰਮੇ ਸਮੇਂ ਤੋਂ ਬਾਅਦ ਮਾਲਕ ਤੇਰੇ ਦਰਸ਼ਨ ਹੋਏ ਨੇ। ਬੜੀਆਂ ਜੂਨਾਂ ਦੀ ਭੜਕਣਾ, 84 ਲੱਖ ਦਾ ਗੇੜਾ ਕਿਤੇ ਮੁੱਕਣ 'ਚ ਆਉਂਦਾ। ਕਈ ਜੂਨਾਂ ਐਸੀਆਂ ਜਿਹੜੀਆਂ ਮੁੱਕਣ 'ਚ ਨਹੀਂ ਆਉਂਦੀਆਂ। ਸੱਪ ਦੀ ਜੂਨ, ਹੋਰ ਕਈ ਜੂਨਾਂ ਨੇ ਮੁੱਕਦੀਆਂ ਇੰਨਾ ਹੀ। ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਪੱਥਰ ਨੂੰ ਵੀ ਇੱਕ ਜੂਨ ਮੰਨਿਆ। ਜੂਨ ਹੈ ਤੇ ਪੱਥਰ ਦੀ ਜੂਨ ਤਾਂ ਯੁੱਗ ਬੀਤ ਜਾਂਦੇ ਨੇ, ਜਿੱਥੇ ਪਿਆ ਉੱਥੇ ਪਿਆ ਰਹਿੰਦਾ ਹੈ। ਦਸਮ ਪਾਤਸ਼ਾਹ ਦੇ ਬਚਨ ਨੇ, ਪਾਹਨ ਅਨੇਕ ਯੁੱਗ ਏਕ ਠੌਰ ਬਾਸ ਕਰੈ। ਹਜ਼ਾਰਾਂ ਯੁੱਗ ਬੀਤ ਗਏ ਤੇ ਪੱਥਰ ਇੱਕ ਥਾਂ ਤੇ ਪਿਆ, ਨਾ ਜੂਨ ਮੁੱਕੇ ਨਾ ਜਾਨ ਛੁੱਟੇ। ਮਹਾਂਪੁਰਖ ਦੱਸਿਆ ਕਰਦੇ ਸੀ 84 ਲੱਖ ਜੂਨ ਹੈ, 20 ਲੱਖ ਅਸਥਾਵਰ ਜਾਨੋ, 9 ਲੱਖ ਜਲਚਰ ਸਭ ਮਾਨੋ, 11 ਲੱਖ ਕੂਰਮ ਕਵੀ ਗਾਏ, ਪੰਛੀ ਗਣ 10 ਲੱਖ ਬਤਾਏ, 30 ਲੱਖ ਪਸ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ। ਜਬ 84 ਇਹ ਕਟ ਆਵੈ, ਤਬ ਇਹ ਮਾਨਸ ਤਨ ਕੋ ਪਾਵੈ। ਭਗਤ ਜੀ ਨੇ ਆਖਿਆ ਮਹਾਰਾਜ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਸਮੇਂ ਤੋਂ ਬਾਅਦ ਮਹਾਰਾਜ ਦਰਸ਼ਨ ਦੀਦਾਰ ਹੋਏ ਨੇ, ਮੇਰੇ ਤੇ ਕਿਰਪਾ ਕਰੋ। ਇੰਨੇ ਖਾਲਸਾ ਜੀ ਵਿਰਾਗ 'ਚ ਭਿੱਜ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੇ। ਕੋਈ ਲਾਲਚੀ ਦੁਨੀਆ ਦਾ ਹੈ ਨਹੀਂ। ਤੇ ਵਿਰਾਗ ਜਿੰਨੀ ਬਾਣੀ ਪੜ੍ਹੋਗੇ ਨਾ ਭਗਤ ਰਵਿਦਾਸ ਜੀ ਦੀ, ਵਿਰਾਗ ਡੁੰਮਟ ਕੇ ਪੈਂਦਾ ਹੈ। ਇੱਕ ਬਚਨ ਹੋਰ ਆਪ ਜੀ ਨਾਲ ਸਾਂਝਾ ਕਰਾਂ। ਕਹਿਣ ਲੱਗੇ, ਜਲ ਕੀ ਭੀਤ ਪਵਨ ਕਾ ਥੰਭਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਰਾਖਾਓ ਕੰਧ ਉਸਾਰੋ ਨੀਵਾ, 3.5 ਹਾਥ ਤੇਰੀ ਸੇਵਾ। ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏ ਕੋ ਭਸਮ ਕੀ ਢੇਰੀ। ਊਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੇ। ਮੇਰੀ ਜਾਤ ਕਮੀਨੀ ਪੌਂਦ ਕਮੀਨੀ, ओछा जन्म हमारा तुम शरणागत राजा रामचंद। कहे रविदास चौमारा। ऐसे गुरु के प्यारे भगत जन, वैरागमई पवित्र उपदेश है। ते सारी दुनिया चो उन्हां महापुरख रब दे प्यारियां दे नाम प्रगट होए, जिन्हां दी बाणी नूं धन गुरु अर्जन देव जी ने अपनी बाणी दे बराबर सत्कार दिता है।
आखिया सी नीवी जात करके विचारे छुट भगत करके नीवी श्रेणी होने करके जे धर्म मंदिर जाते सी ते पुजारी कहते सी साडा ठाकुर भी पिटिया गया, नाले असी पिटे गए, नाले ठाकुर का इशनान कराना पैना, नाले सानू करना पैना है। तुसीं जानते हो भगत नामदेव जी का औंढा शहर तुसीं वेखिया होना कईयां ने, श्री हजूर साहब तो 45 मील जिहड़ा फेरिया सी ना देवरा, जरूर दर्शन किए होणगे। हजूर साहब जो जाने जरूर वेख्या करो। उस दिओरे नूं परमेश्वर ने फेरिया, भगत जी चले गए, आरती हो रही सी, धक्के मार के ना दिओरे दे मगरले बने जा बिठाया। उत्थे बैठ के परमेश्वर नूं याद किया, महाराज जां तां गरीबां दे घर पैदा ना कर दो तो जां फिर भगती ना कराउणो। भगती के कारण करके ही मैं मंदिर च जा वड़िया तो गरीब करके धक्के वजे। ये असल च धक्के मैनू नहीं वजे, तैनू वजे ने। जब परमेश्वर नूं ताना मारिया ना, फिर आ गया मेरा मालिक वाहिगुरू, हस्त खेल तो तेरे दिओरे आया, भगत करत नामा पगरे उठाया, हिंदड़ी जात मेरी जात मराया, छीपे के जन्म काहे कौ आया, लै कमली चलियो पलटाए, दिओरे पाछे बैठा जाए, ज्यों ज्यों नामा हर गुण उचरै, भगत जना को दिओरा फिरै, फेर दिया दिओरा नामे को पंडियन को पिछवार ला। ऐसा मालिक वाहिगुरू है। जे धर्म मंदिर च भगत आवे तो पिटिया जाता है, रब पिटिया, भगवान पिटिया जाता है। धन गुरु अर्जन साहब ने कहा, नामदेव रविदास कबीर तुसीं मेरे बराबर बैठे होवोगे, जिदण धर्म मंदिर च तुहानू को कढ़ेगा ना, मैं तुहाडे नाल बाहर निकलांगा। इन्ना सत्कार, इन्नी बराबरता ये धन गुरु नानक साहब का ही दरबार दे सकता है, होर कोई नहीं। मैं कई बार बेनती करता हूँ, पढ़न वाले वीर मेरे ख्याल बहुते तुहाडे चों खंड पाठी वीर बैठे ने, जदों असी गुरु साहब की बाणी पढ़ते हैं ना, तो उदों असी पढ़ते महला पहला, महला दूजा, महला तीजा, महला चौथा, महला पंजवा, महला नावा। ये सिरलेख है ना बाणी का। जदों हुण भगतां दी बाणी आ गई ना, उत्थे फिर ये गल नहीं। उत्थे फिर हजूर ने वचन फरमाए, बाणी भगत रविदास जियो की, बाणी भगत कबीर जियो की, बाणी भगत नामदेव जियो की। ये तो वड्डा सत्कार मिल सकता किते? तां भगत रविदास जी ने कहा सी, महाराज ऐसी लाल तुझ बिन कौन करै, गरीब निवाज गुसैया मेरा माथे छतर धरै, जाकी छोत जगत को लागै, तां पर तुही डरै, नीचा ऊच करै मेरा गोबिंद, काहूं ते ना डरै। ये प्यार सच्चे पातशाह तुहाडे दर तो प्राप्त होया, नहीं तो नहीं मिलिया कितेओं। ऐसे सतगुरु गरीब नवाज सर्ब सांझी वालता का उपदेश, सब जीवां नूं तार के निहाल करने वाला उपदेश, धन गुरु ग्रंथ साहब सतगुरु सारे संसार नूं वंड रहे ने। असी भरमां ते वहिमां दा शिकार हो के सतगुरु तो मूँह फेर के एवें धक्के खांदे फिरांगे, साडी बदकिस्मती होवेगी बदकिस्मती। सो ऐसे सतगुरु गरीब नवाज के चरण परसदे रहिए। सो सतगुरु रहमत बख्शिश करन, बहुत बहुत धन्यवाद। भुल चुक दी खिमा बख्शोगे, सतगुरु रहमत बख्शिश करन। हर साल ये दीवान सजाउने हो, अज मेरे ख्याल समाप्ति का दीवान है, फिर अगले साल सतगुरु किरपा करन, संगतां इस तरह लाहे प्राप्त करन। ये गुरु चरना च अरदास बेनती है, जो गुरु का शब्द है उन्होंने हिरदे च थां दिया जे। जिहड़ियां भुल्लां ने ना, गल करदियां करदियां भुल चुक हो जाती है। इंसान तो भुल्लणहार है, किहड़ा बंदा नहीं भुलदा? नहीं भुलदा तो मेरा सतगुरु नहीं भुलदा। भुल्लण ही अंदर सब को, और भुल गुरु करतार। बंदा तो थिड़किया ही हुंदा। इस करके जिहड़ियां भुल्लां ने वो मेरियां ने, ਉਹਦੀ ਤਾਂ ਖਿਮਾ ਬਖਸ਼ੋਗੇ, ਤੇ ਜੋ ਗੁਰੂ ਦਾ ਗੁਰਮਤ ਦਾ ਸਿਧਾਂਤ ਹੈ ਉਹਨੂੰ ਹਿਰਦੇ 'ਚ ਜ਼ਰੂਰ ਥਾਂ ਦਿਆ ਜੇ। ਇੱਕ ਗੱਲ ਦਿਲ ਦੀ ਪੱਟੀ ਤੇ ਲਿਖ ਕੇ ਲੈ ਜਾਇਓ, ਸਤਿਗੁਰੂ ਬਾਝੋਂ ਗੁਰ ਨਹੀਂ ਕੋਈ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਨਾ ਐਵੇਂ ਲੋਕਾਂ ਦੇ ਅੱਗੇ ਗੋਡੇ ਛਿੱਲਦੇ ਫਿਰਿਆ ਕਰੋ, ਮੱਥੇ ਘਸਾਉਂਦੇ ਫਿਰਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦਾਤਾ, ਇਹ ਝੋਲੀਆਂ ਭਰਨ ਵਾਲੇ ਤੇਰੇ ਦਰਬਾਰ ਕੀ ਆਲੀ निराली शान जे देखे, कि सदाकत भी तेरी गलियों के चक्कर काटती देखे। झुकाया जिसने भी सर तेरे दरबार पे आए मेरे मालिक, तुझे देता नहीं देखा मगर झोली भरी देखे।
ਸਭ ਦੀਆਂ ਝੋਲੀਆਂ ਭਰਨ ਵਾਲਾ ਮੇਰਾ ਸਤਿਗੁਰੂ ਹੈ। ਜੇ ਇਹਨੂੰ ਇੱਥੋਂ ਨਾ ਕੁਝ ਮਿਲਿਆ, ਕਿਤੇ ਨਹੀਂ ਮਿਲਦਾ। ਜਿੱਥੇ ਮਰਜ਼ੀ ਧੱਕੇ ਤੋੜੇ ਬੰਦਾ ਖਾ ਲਵੇ, ਜਿਹਨੂੰ ਮਿਲੇਗਾ ਇੱਥੋਂ ਹੀ ਮਿਲੇਗਾ, ਇਸ ਦਰ ਤੋਂ ਹੀ ਮਿਲੇਗਾ। ਇੱਥੇ ਅਰਦਾਸ ਕਰਿਆ ਕਰੀਏ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਇਹ ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰੀਏ। ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।